ਹਾਜ਼ਰ ਹਾਂ ਦੋਸਤੋ। ਅਸੀਂ ਪਹਾੜ ਤੇ ਲਾਲਟੈਨ ਪ੍ਰੋਗਰਾਮ ਚੱਲ ਰਿਹਾ ਆ, ਆਪਣੇ ਸਵੈ ਦੇ ਨਾਲ ਗੱਲਾਂ ਕਰ ਰਹੇ ਹਾਂ, ਦੂਸਰਿਆਂ ਦੇ ਬਹਾਨੇ ਨਾਲ ਸਵੈ ਦੀ ਪੜਚੋਲ ਕਹਿ ਲਓ, ਆਪਣੀ ਕ੍ਰੀਏਟਿਵ ਪ੍ਰੋਸੈਸ ਦੇ ਬਾਰੇ 'ਚ। ਔਰ ਸਾਡੇ ਇਸ ਸੈਸ਼ਨ 'ਚ ਅਸ਼ੋਕ ਭੰਡਾਰੀ ਨਾਦਰ ਸਾਹਿਬ ਸਾਡੇ ਨਾਲ ਨੇ। ਮੈਨੂੰ ਮੇਰੇ ਦੋਸਤ ਦੇ ਇੱਕ ਸ਼ੇਰ ਦਾ ਮਿਸਰਾ ਉਹ ਬੜੇ ਮਾਣ ਨਾਲ ਕਹਿੰਦਾ ਸੀ ਕਿ ਇਹ ਹੁਨਰ ਹੈ ਮੇਰਾ ਕਿ ਕਿਤੇ ਮੈਂ ਪੇਂਦ ਕਰ ਦੇਵਾਂ ਤਾਂ ਕੈਕਟਸ 'ਤੇ ਹਿਨਾ ਲੱਗੇ। ਐਸੀ ਸ਼ਖਸੀਅਤ ਕਿ ਪੇਂਦ ਕਰ ਦੇਣ, ਸ਼ਾਇਰੀ ਦੀ ਕਰ ਦੇਣ, ਗਜ਼ਲ ਦੀ ਕਰ ਦੇਣ, ਨੇਚਰ ਦੀ ਕਰ ਦੇਣ, ਫੁੱਲਾਂ ਦੀ ਕਰ ਦੇਣ, ਜਾਂ ਇਹ ਮਰੀਆਂ ਚੀਜ਼ਾਂ ਨੂੰ ਹੱਥ ਲਾ ਦੇਣ, ਬੇਜਾਨ ਚੀਜ਼ਾਂ ਨੂੰ, ਕੁਆੜ ਨੂੰ ਹੱਥ ਲਾ ਦੇਣ, ਅਤੇ ਕਿਵੇਂ ਉਹ ਫਿਰ ਖਿੜਦਾ, ਕਿਵੇਂ ਆਰਟ ਬਣਦਾ। ਮੇਰੇ ਕੋਲ, ਮੈਂ ਥੋੜ੍ਹਾ ਜਿਹਾ ਪੱਤਰਕਾਰ ਜਿਹਾ, ਮੇਰੇ ਕੋਲ ਉਹਨੇ ਸੂਖਮ ਸ਼ਬਦ ਨਹੀਂ ਹੈਗੇ। ਮੈਂ ਡਾਕਟਰ ਸਰਬਜੀਤ ਸੋਹਲ ਹੋਰਾਂ ਨੂੰ ਕਹਾਂਗਾ ਕਿ ਕੁਛ 24 ਕਿਤਾਬਾਂ ਨੇ, 23 ਗਜ਼ਲ ਨਾਲ ਸੰਬੰਧਿਤ, ਔਰ ਇੱਕ ਨੇਚਰ ਨਾਲ ਜੁੜੀ ਹੋਈ ਹੈ ਜੀਵਨ ਰੇਖਾ। ਅਸੀਂ ਨੇਚਰ ਦੇ ਕਿਵੇਂ ਹੋਣਾ, ਨੇਚਰ ਨੇ, ਇਹ ਨੇਚਰ 'ਚ ਹੀ ਰਹਿੰਦੇ ਹੈ ਔਰ ਇਹ ਪੇਂਦ ਕਰਦੇ ਨੇ ਅਤੇ ਕੈਕਟਸ ਨੂੰ ਹਿਨਾ ਲੱਗਦੀ ਹੈ। ਤੁਸੀਂ ਨਾਦਰ ਸਾਹਿਬ ਦੀ ਸ਼ਖਸੀਅਤ ਬਾਰੇ ਡਾਕਟਰ ਸਰਬਜੀਤ ਸੋਹਲ ਕੁਛ ਚੰਦ ਸ਼ਬਦ ਕਹਿਣਗੇ, ਫਿਰ ਆਪਾਂ ਨਾਦਰ ਸਾਹਿਬ ਹੋਰਾਂ ਦੀ ਜ਼ਬਾਨੀ, ਕੁਛ ਉਹਨਾਂ ਦੀ ਸ਼ਾਇਰੀ, ਕੁਛ ਉਹਨਾਂ ਨੂੰ ਕਿਵੇਂ ਉਹ ਆਮਦ ਹੁੰਦੀ ਹੈ ਸ਼ੇਰਾਂ ਦੀ, ਔਰ ਕਿਆ ਰੰਗ ਹੈ। ਰਾਤ ਉਹਨਾਂ ਨੇ ਜਿਵੇਂ ਗਾ ਕੇ ਵੀ ਸੁਣਾਏ, ਔਰ ਉਰਦੂ ਰੰਗ ਜਿਹੜਾ ਹੈ। ਤੁਸੀਂ ਇਹਨਾਂ ਕੋਲੋਂ ਹੀ ਸੁਣੋ, ਮੇਰੀਆਂ ਕਮਲੀਆਂ ਕਾਹਨੂੰ ਸੁਣਨੀਆਂ। ਡਾਕਟਰ ਸੋਹਲ ਸਾਹਿਬ ਜੀ, ਬਹੁਤ ਸ਼ੁਕਰੀਆ ਕਾਲੀ ਜੀ। ਅਸ਼ੋਕ ਨਾਦਰ ਜੀ ਕਿਸੇ ਵੀ ਮੈਨੂੰ ਲੱਗਦਾ ਹੈ ਕਿ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਸਾਹਿਤ ਅਕੈਡਮੀ ਦਾ ਇਹ ਪ੍ਰੋਗਰਾਮ ਹੋ ਰਿਹਾ ਹੈ ਉਹ ਇਹਨਾਂ ਦੀ ਹੀ ਬਦੌਲਤ, ਅਦਬੀ ਭੰਡਾਰੀ ਟਰਸਟ ਦੇ ਕਰਕੇ ਹੀ ਇੱਥੇ ਹੋ ਰਿਹਾ, ਕਿਉਂਕਿ ਜਿਸ ਪ੍ਰਾਪਰਟੀ 'ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹ ਇਹਨਾਂ ਦੀ ਪ੍ਰਾਪਰਟੀ ਆ, ਔਰ ਇਹ ਸਾਨੂੰ ਮਤਲਬ ਇਹਨਾਂ ਦੇ ਸਹਿਯੋਗ ਕਰਕੇ ਹੀ ਅਸੀਂ ਇੱਥੇ ਕਰ ਸਕਦੇ ਹਾਂ। ਦੂਸਰੀ ਗੱਲ, ਨਾਦਰ ਜੀ ਨੂੰ ਜਾਣਦੀ ਹਾਂ ਮੈਂ ਤਕਰੀਬਨ 6 ਸਾਲ ਤੋਂ। ਮੈਂ ਲਗਾਤਾਰ ਅਸੀਂ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਹਾਂ, ਅਤੇ ਜੇਕਰ ਸ਼ਖਸੀਅਤ ਬਾਰੇ ਕੁਝ ਕਹਿਣਾ ਹੋਵੇ ਨਾ, ਤਾਂ ਮੈਨੂੰ ਲੱਗਦਾ ਵੀ ਬਹੁਤ ਸਾਰਾ ਕੁਝ ਵੀ ਥੋੜ੍ਹਾ ਪੈ ਜਾਂਦਾ। ਜਿਵੇਂ ਇਹਨਾਂ ਬਾਰੇ ਗੱਲ ਕਰਨ ਲੱਗਾ, ਇੱਕ ਇਕੱਲਾ ਲੇਖਕ ਹੋਣਾ ਹੀ ਮੈਨੂੰ ਲੱਗਦਾ ਕਿ ਨਹੀਂ ਆ, ਉਹ ਇੱਕ ਚੀਜ਼ ਹੈ, ਦੈਟਸ ਅ ਸਿੰਗਲ ਪਾਰਟ ਆਫ ਲਾਈਫ। ਅਤੇ ਇੱਕ ਚੰਗਾ ਇਨਸਾਨ ਹੋਣਾ, ਇੱਕ ਸਮਾਜ ਸੇਵਕ ਹੋਣਾ, ਅਤੇ ਕਹਿਣੀ ਅਤੇ ਕਥਨੀ ਦਾ ਇੱਕੋ ਜਿਹਾ ਹੋਣਾ, ਇਹ ਬਹੁਤ ਘੱਟ ਇਨਸਾਨਾਂ ਦੇ ਵਿੱਚ ਸਾਨੂੰ ਮਿਲਦਾ ਆ। ਅਤੇ ਮੈਂ ਇਹਨਾਂ ਨੂੰ ਹਮੇਸ਼ਾ ਆਪਣੇ ਕਹੇ 'ਤੇ ਫੁੱਲ ਚੜ੍ਹਾਉਂਦਿਆਂ ਵੇਖਿਆ। ਇਹ ਜੋ ਸੋਚਦੇ ਨੇ, ਜੋ ਇਹ ਲਿਖਦੇ ਨੇ, ਉਹ ਲੇਖਣੀ ਇਹਨਾਂ ਦੀ ਜਿਹੜੀ ਆ ਸਮਾਜ ਦੇ ਵਿੱਚ ਦਿਸਦੀ ਆ। ਉਦਾਹਰਨ ਵਜੋਂ ਮੈਂ ਪਿੱਛੇ ਜੇ ਮੈਨੂੰ ਯਾਦ ਆ, ਜਦੋਂ ਕਰੋਨਾ ਦਾ ਸਮਾਂ ਸੀ ਤਾਂ ਮੈਂ ਇਹਨਾਂ ਨੂੰ ਉਹ ਲੈ ਕੇ, ਸਪੀਕਰ ਲੈ ਕੇ ਉਹ ਬੋਲਦਿਆਂ ਵੇਖਿਆ, ਸੜਕਾਂ ਦੇ ਚੌਂਕਾਂ ਦੇ ਵਿੱਚ ਲੋਕਾਂ ਨੂੰ ਖਬਰਦਾਰ ਕਰਦੇ ਵੇਖਿਆ, ਲੋਕਾਂ ਨੂੰ ਮਾਸਕ ਵੰਡਦੇ ਵੇਖਿਆ ਕਿ ਉਸ ਸਮੇਂ ਦੀ ਲੋੜ ਅਨੁਸਾਰ ਜੋ ਸਮਾਜ ਦੇ ਵਿੱਚ ਲੋੜੀਂਦੀ ਗੱਲ ਸੀ ਉਹ ਇਹਨਾਂ ਨੇ ਕੀਤੀ, ਮਤਲਬ ਵਿਹਾਰਕ ਤੌਰ 'ਤੇ। ਦੂਸਰੀ ਗੱਲ ਜਿਹੜੀ ਮੈਂ ਬਿਲਕੁਲ ਪਿੱਛੇ ਅਸੀਂ ਇੱਕ ਇਹਨਾਂ ਦੀ ਪ੍ਰੋਗਰਾਮ ਕਿਤਾਬ ਹੈ ਇਹਨਾਂ ਦੀ, ਮੈਨੂੰ ਜੀਵਨ ਰੇਖਾ, ਹਾਂਜੀ, ਇਹ ਜੀਵਨ ਰੇਖਾ, ਇਹ ਵਾਲੀ ਕਿਤਾਬ ਹੈ, ਬੜੀ ਖੂਬਸੂਰਤ ਇਹਦੀ ਪ੍ਰਿੰਟਿੰਗ ਹੈ, ਔਰ ਇਹਦੇ ਸਾਰੇ ਹੀ ਜਿਹੜੇ ਸਫ਼ੇ ਨੇ ਉਹਦੇ ਉੱਤੇ ਨਾਲ ਬਣੇ ਹੋਏ ਨੇ ਤਸਵੀਰਾਂ ਨਾਲ ਸ਼ੇਰ, ਬੜੇ ਹੀ ਬਹੁਤ ਹੀ ਵਧੀਆ। ਔਰ ਜੇ ਮੈਨੂੰ ਲੱਗਦਾ ਕਿ ਅਸੀਂ ਇਸ ਕਿਤਾਬ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਲੈ ਜਾਈਏ ਨਾ, ਤਾਂ ਜਿਹੜਾ ਹੁਣ ਸਮੇਂ ਦੀ ਲੋੜ ਅਨੁਸਾਰ ਜੋ ਹੈਗਾ ਕਿ ਵਾਤਾਵਰਨ ਨੂੰ ਸੰਭਾਲਣ ਦੀ, ਉਹ ਇੱਥੇ ਉਹਦੇ ਵਿੱਚ ਵਿਹਾਰਕ ਤੌਰ 'ਤੇ ਅਸੀਂ ਵੇਖ ਸਕਦੇ ਹਾਂ। ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਅਸੀਂ ਇਹਨਾਂ ਦੀ ਸ਼ਖਸੀਅਤ ਨੂੰ ਵੇਖਦੇ ਹਾਂ ਤਾਂ ਬਹੁਤ ਖੂਬਸੂਰਤ ਰੰਗ ਜਿਹੜੇ ਨੇ ਇਹਨਾਂ ਦੇ ਪਿਆਰ ਦੇ ਵਿੱਚ, ਇਹਨਾਂ ਦੇ ਉਮਾਦ ਦੇ ਵਿੱਚ, ਇਹਨਾਂ ਦੀ ਸੋਚ ਦੇ ਵਿੱਚ, ਇਹਨਾਂ ਦੀ ਸਮਝ ਦੇ ਵਿੱਚ ਉਹ ਸਾਰਾ ਕੁਝ ਹੈ। ਤਾਂ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੇ ਸ਼ਖਸ ਜਿਹੜੇ ਨੇ ਉਹ ਸਾਡੇ ਸਮਾਜ ਦਾ, ਸਾਡੇ ਸਾਹਿਤ ਦਾ ਵੀ ਐਸੈਟ ਆ, ਔਰ ਇਹਨਾਂ ਤੋਂ ਅਸੀਂ ਸੇਧ ਸਾਡੇ ਬੱਚੇ ਸਕੂਲਾਂ ਦੇ, ਕਾਲਜਾਂ ਦੇ ਸਾਰੇ ਹੀ ਲੈ ਸਕਦੇ ਹਾਂ। ਔਰ ਬੜੀ ਖੂਬਸੂਰਤ ਗੱਲ ਸੀ, ਅਸੀਂ ਅਕੈਡਮੀ ਦੇ ਇੱਕ ਪ੍ਰੋਗਰਾਮ ਜਦੋਂ ਇਹਨਾਂ ਦੀ ਕਿਤਾਬ ਜੀਵਨ ਰੇਖਾ, ਅਤੇ ਮੈਂ ਕਿਹਾ ਤਾਂ
ਵਾਤਾਵਰਨ ਦਿਵਸ ਆ 5-6 ਤਰੀਕ ਦਾ ਸੀਗਾ ਇਸ ਵਾਰੀ, ਤੇ ਮੈਂ ਕਿਹਾ ਜੀ ਅਸੀਂ ਤਾਂ ਇਹ ਕਿਤਾਬ ਅਕੈਡਮੀ ਵੱਲੋਂ ਅਸੀਂ ਨਹੀਂ ਕਰਦੇ ਕਿਤਾਬਾਂ ਰਿਲੀਜ਼, ਮੈਂ ਕਿਹਾ ਇਹ ਸਾਡਾ ਫਰਜ਼ ਬਣਦਾ, ਇਹ ਕਿਤਾਬ ਅਕੈਡਮੀ ਵੱਲੋਂ ਅਸੀਂ ਰਿਲੀਜ਼ ਕਰਾਂਗੇ। ਤੇ ਉਸ ਦਿਨ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਪਲਾਂਟਰਸ ਦਿੱਤੇ ਆਪਣੇ ਵੱਲੋਂ, ਜਿੰਨੇ ਵੀ ਉਸ ਦਿਨ ਗੈਸਟ ਸੀਗੇ, ਤੇ ਇੱਕ ਟਰੱਕ ਭਰ ਕੇ ਬੂਟਿਆਂ ਦਾ ਇਹ ਅਕੈਡਮੀ 'ਚ ਉੱਥੇ ਰੱਖਿਆ। ਅਸੀਂ ਅਨਾਉਂਸ ਕੀਤਾ ਜਿਹੜੇ ਜਿਹੜੇ ਪੌਦੇ ਲੈ ਕੇ ਜਾਣੇ ਆ ਉਹ ਫ੍ਰੀ ਆਫ ਕਾਸਟ ਲਿਜਾ ਸਕਦਾ ਹੈ। ਔਰ ਉਹਦੇ ਵਿੱਚ ਵੀ ਅੱਗੋਂ ਫਿਰ ਇਹ ਸੀਗਾ ਕਿ ਉਹ ਖਾਸ ਪੌਦੇ ਸੀ ਜਿਹੜੇ ਆਕਸੀਜਨ ਦੇਣ ਵਾਲੇ ਸੀ, ਕਿ ਅਸੀਂ ਉਹ ਪੌਦੇ ਆਪਣੇ ਬੈੱਡਰੂਮ 'ਚ ਰੱਖਣੇ ਆ। ਔਰ ਇੱਥੋਂ ਤੱਕ ਇਹਨਾਂ ਨੇ ਉਹਦੇ ਬਾਰੇ ਰਿਸਰਚ ਕੀਤੀ ਸੀ, ਅਵੇਅਰਨੈਸ ਸੀ ਕਿ ਜੇ ਸਾਡਾ ਬੈੱਡਰੂਮ ਆ ਤੇ ਉਹਦਾ ਗੱਦਾ ਹੈ ਤੇ ਉਹਦਾ ਪਿੱਲੋ ਆ ਉਹ ਵੀ ਸਾਨੂੰ ਆਹ ਵਾਲੀਆਂ ਗੈਸਿਸ ਛੱਡਦੇ ਆ, ਜਿਹਦੇ ਸੁਧਾਰ ਲਈ ਸਾਨੂੰ ਮਤਲਬ ਅਦਰਵਾਈਜ਼ ਬੰਦਾ ਕੈਂਸਰ ਜਾਂ ਹੋਰ ਜਿਹੜਾ ਅਲਾਮਤਾਂ ਦਾ ਸ਼ਿਕਾਰ ਹੁੰਦਾ, ਤੇ ਉਹਦੇ ਤੋਂ ਬਚਣ ਲਈ ਅਸੀਂ ਕਿਹੜੇ ਪੌਦੇ ਆਪਣੇ ਬੈੱਡਰੂਮ ਦੇ ਵਿੱਚ ਵੀ ਰੱਖ ਸਕਦੇ ਹਾਂ। ਸੋ ਮਤਲਬ ਲਿਟਰੇਚਰ ਕੀ ਹੈ, ਮੇਰੀ ਜਾਂਚ ਜੋ ਮੈਂ ਸੋਚਦੀ ਹਾਂ, ਲਿਟਰੇਚਰ ਹੈ ਜੀਵਨ ਜਾਂਚ, ਤੁਹਾਡੇ ਨਾਲ ਤੁਰਿਆ ਫਿਰਦਾ ਹਰ ਪਲ ਹਰ ਸਾਹ। ਇੱਕ ਉਹ ਮਤਲਬ ਕਿਤਾਬ ਲਿਖ ਲਾ, ਜੇ ਮੈਂ ਕਿਤਾਬਾਂ ਵੀ ਲਿਖ ਲੂੰਗੀ, ਜੇ ਮੈਨੂੰ ਕੋਈ ਅਵਾਰਡ ਵੀ ਮਿਲ ਜੂਗਾ ਤੇ ਫਿਰ ਕੀ ਹੋਊਗਾ, ਪਰ ਜੇ ਮੇਰੇ ਨਾਲ ਮੇਰਾ ਗੁਆਂਢੀ ਜਾਂ ਮੇਰੇ ਨਾਲ ਮੇਰੇ ਵਿਦਿਆਰਥੀ, ਤੁਸੀਂ ਸਾਰੇ ਅਸੀਂ ਸਾਰੇ ਇੱਕ ਸਹਿ ਹੋਂਦ 'ਚ ਵਿਚਰ ਰਹੇ ਹਾਂ, ਚੰਗਾ ਮਹਿਸੂਸ ਕਰਦੇ ਇੱਕ ਦੂਜੇ ਦੀ ਸੰਗਤ 'ਚ, ਸਮਾਜ ਲਈ ਕੁਝ ਚੰਗਾ ਕਰ ਰਹੇ ਹਾਂ, ਕਲਮ ਰਾਹੀਂ ਚੰਗਾ ਕਰ ਰਹੇ ਹਾਂ, ਵਿਹਾਰ ਰਾਹੀਂ ਚੰਗਾ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਉਸ ਸ਼ਖਸੀਅਤ ਨੂੰ ਅਸੀਂ ਬਹੁਤ ਉਮਦਾ ਮੰਨਦੇ ਹਾਂ, ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੀਵਨ ਜਾਂਚ, ਕਿਰਤ ਕਰੋ ਨਾਮ ਜਪੋ, ਉਹਦੇ 'ਤੇ ਵਿਹਾਰਕ ਤੌਰ 'ਤੇ ਮੈਂ ਇਹਨਾਂ ਨੂੰ ਵਿਚਰਦੇ ਵੇਖਿਆ। ਸੋ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੀ ਹਾਂ ਕਿ ਅਸੀਂ ਇਹਨਾਂ ਦੇ ਨਾਲ ਵਾਹ ਵਾਸਤਾ ਹੈ, ਔਰ ਅਸੀਂ ਇੱਕ ਦੂਜੇ ਦੀ ਗੱਲ ਨੂੰ ਮਤਲਬ ਮੈਂ ਮੇਰੇ ਮੂੰਹੋਂ ਨਿਕਲੇ ਤੇ ਇਹ ਫੁੱਲ ਚੜਾਉਂਦੇ ਇਹ ਕਹਿਣ ਤੇ ਮੈਨੂੰ ਬਹੁਤ ਚੰਗਾ ਲੱਗਦਾ। ਸੋ ਇਹੋ ਜਿਹੇ ਅਨਮੋਲ ਰਿਸ਼ਤੇ ਹੁੰਦੇ ਆ। ਸੋ ਅੱਜ ਸਾਹਿਤ ਅਕੈਡਮੀ ਨੂੰ ਮਾਣ ਹੈ ਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਵੀ ਹਾਂ, ਤੁਸੀਂ ਬਹੁਤ ਸਹਿਯੋਗ ਕਰਦੇ ਹੋ, ਨਹੀਂ ਤਾਂ ਬਹੁਤ ਔਖਾ ਹੁੰਦਾ ਏਡੀ ਦੂਰ ਆ ਕੇ ਸਾਰਿਆਂ ਦੇ ਨਾਲ ਪ੍ਰੋਗਰਾਮ ਦਾ ਆਯੋਜਨ ਕਰਨਾ, ਜਾਂ ਫਿਰ ਉਹਦੇ ਬਹੁਤ ਖਰਚੇ ਵੱਧ ਜਾਂਦੇ ਆ। ਸੋ ਅਸੀਂ ਇਸ ਗੱਲ ਦੀ ਤੁਹਾਡੇ ਸ਼ੁਕਰਗੁਜ਼ਾਰ ਆ, ਔਰ ਸ਼ੁਕਰਗੁਜ਼ਾਰ ਅਸੀਂ ਸਰਦੇ ਹਾਂ ਅਰਸ਼ ਜੀ ਦੇ, ਕਿਉਂਕਿ ਇਹਨਾਂ ਨੇ ਸਾਨੂੰ ਇਹਨਾਂ ਨਾਲ ਮਿਲਾਇਆ ਸੀ। ਸੋ ਮੈਂ ਹੁਣ ਕਾਲੀ ਜੀ ਨੂੰ ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ ਫॉर ਦਿਸ ਕਾਈਂਡ ਵਰਡਸ। ਨਾਦਰ ਸਾਹਿਬ ਤੁਸੀਂ ਪੇਂਦ ਹੀ ਕਰੋ, ਛੱਡੋ ਪਰੇ। ਮੈਂ ਇੱਕ ਹੋਰ ਬੜੀ ਗੱਲ ਮੈਂ ਇਹਨਾਂ ਦੇ ਬਾਰੇ ਕਹਿਣਾ ਭੁੱਲ ਗਈ। ਇਹ ਜਦੋਂ ਬਹਿੰਦੇ ਨੇ ਨਾ, ਇਹ ਸ਼ੇਰ ਉਤਰਦੇ ਜਿਵੇਂ ਮੀਂਹ ਪੈਂਦਾ, ਮੋਹਲੇਦਾਰ, ਹਾਂ ਮੋਹਲੇਦਾਰ, ਵਾਹ ਵਾਹ, 1 2 ਨਾਲ ਦੇ ਨਾਲ ਮੈਨੂੰ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਲਿਖ ਲੈਂਦੇ ਨੇ, 1 2 3 4 ਅਜੇ ਇੱਕ ਕਿਤਾਬ ਪੂਰੀ ਨਹੀਂ ਹੁੰਦੀ, ਅਜੇ ਅਸੀਂ ਉਹਦਾ ਸਵਾਦ ਲੈ ਰਹੇ ਹੁੰਦੇ, ਦੂਜੀ ਤਿਆਰ ਹੁੰਦੀ ਹੈ। ਸੋ ਇਹ ਵੀ ਇੱਕ ਖੂਬੀ ਆ ਕਿ ਤੁਹਾਨੂੰ ਤੁਸੀਂ ਹਰ ਵੇਲੇ ਹਰ ਪਲ ਸਿਰਜਣਾ ਚੋਂ, ਦੈਟਸ ਵਾਈ 2 ਦਰਜਨ ਕਿਤਾਬਾਂ, ਸਿਰਜਣਾ ਕੇਵਲ ਕਿਤਾਬਾਂ ਦੀ ਨਹੀਂ ਆ, ਇਹ ਸਿਰਜਣਾ ਪ੍ਰਕਿਰਤੀ ਦੀ ਆ, ਇਹ ਸਿਰਜਣਾ ਸਮਾਜ ਦੀ ਆ। ਸੋ ਇਸ ਅੱਛੇ ਮਾਨਵ ਦੀ ਸਿਰਜਣਾ, ਸੋ ਇਹਦੇ ਲਈ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ। ਥੈਂਕ ਯੂ ਸਰ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਜਿਹੜਾ ਵੇਸਟ ਨੂੰ ਮਟੀਰੀਅਲ ਨੂੰ ਕੋਈ ਜਿਸ ਟੇਬਲ ਤੇ ਅਸੀਂ ਆ ਕੰਮ ਅੱਜ ਅਸੀਂ ਇਹ ਮਾਈਕ ਰੱਖਿਆ ਹੈ, ਇਹ ਟੇਬਲ ਇਹਨਾਂ ਦੇ ਹੱਥੀ ਬਣਾਇਆ ਆਰਟਿਸਟਿਕ, ਔਰ ਵੇਸਟ ਤੋਂ ਬਣਾਉਂਦੇ ਨੇ, ਔਰ ਬੱਚਿਆਂ ਨੂੰ ਹਾਂ ਜਿਹਨੂੰ ਅਸੀਂ ਸਕ੍ਰੈਚ ਕਹਿੰਦੇ ਆ, ਤਾਂ ਉਹਨੂੰ ਦੁਬਾਰਾ ਯੂਟਿਲਾਈਜ਼ ਕਰਨ ਦੇ ਤਰੀਕੇ ਲੋਕਾਂ ਨੂੰ, ਵਿਦਿਆਰਥੀਆਂ ਨੂੰ ਕੈਂਪ ਲਾ ਕੇ, ਵਰਕਸ਼ਾਪ ਲਾ ਕੇ ਸਿਖਾਉਂਦੇ ਆ। ਔਰ ਸਭ ਤੋਂ ਵੱਡੀ ਖੂਬਸੂਰਤ ਗੱਲ, ਤੁਸੀਂ ਕਹੋਗੇ ਮੈਂ ਬੋਲੀ ਜਾਂਦੀ ਹਾਂ, ਬਸ ਇੱਕ ਲਾਸਟ ਗੱਲ ਮੈਂ ਕਰਾਂਗੀ ਕਿ ਅਸੀਂ ਪਿੱਛੇ ਜੇ ਗਏ ਰੋਸ਼ਨ ਕਲਾ ਕੇਂਦਰ, ਉਹ ਹੈਗਾ ਗੱਜਰ ਹੁਸ਼ਿਆਰਪੁਰ ਦੇ ਵਿੱਚ, ਤੇ ਉੱਥੇ ਅਸੀਂ ਸਾਰੇ ਹੀ ਗਏ ਸੀਗੇ, ਅਰਸ਼ ਜੀ ਨੂੰ ਵੀ ਸਨਮਾਨ ਪ੍ਰਾਪਤ ਹੋਇਆ ਸੀ, ਤੇ ਇਹਨਾਂ ਨੇ ਉਹ ਥਾਂ ਵੇਖੀ, ਬੜੀ ਇਹਨਾਂ ਨੂੰ ਸੋਹਣੀ ਲੱਗੀ, ਮਤਲਬ ਇਹਨਾਂ ਦਾ ਜਿਵੇਂ ਆਈਡੀਆ ਆਇਆ ਇਹਨਾਂ ਨੂੰ, ਤੇ ਇਹਨਾਂ ਨੇ ਹੁਣ ਇੱਥੇ ਪੰਚਕੂਲੇ ਵਾਲੇ ਸਾਈਡ ਤੇ ਜ਼ੀਰਕਪੁਰ ਇੱਕ ਉਸੇ ਤਰ੍ਹਾਂ ਦਾ ਲੇਖਕ ਧਾਮ ਜਿਹੜਾ ਕਲਾ ਧਾਮ ਉਹ ਬਣਾ ਰਹੇ ਨੇ। ਉੱਥੇ ਅਸੀਂ ਮਤਲਬ ਜਿਹੜਾ ਵੇਸਟ ਤੋਂ ਦੁਬਾਰਾ ਉਹਨੂੰ ਰੀਯੂਟਿਲਾਈਜੇਸ਼ਨ ਦਾ ਵੀ ਹੋਊਗਾ, ਔਰ ਉੱਥੇ ਲੇਖਕ ਆਪਣੀਆਂ ਸਭਾਵਾਂ ਕਰ ਸਕਣਗੇ, ਕਵੀ ਦਰਬਾਰ ਕਰ ਸਕਣਗੇ, ਰਹਿ ਸਕਣਗੇ, ਪ੍ਰੋਗਰਾਮ ਕਰ ਸਕਣਗੇ 2 ਦਿਨ ਦੇ ਅੰਦਰ। ਡਿਜ਼ਾਈਨ ਬਣਾ ਚੁੱਕੇ ਨੇ, ਸਟੂਲ ਇਹ ਉਹ 127। ਔਰ ਮੈਨੂੰ ਨਹੀਂ ਸਮਝ ਆਉਂਦੀ ਤੁਹਾਡੇ ਕੋਲੇ
24 ਘੰਟੇ ਦੀ ਥਾਂ ਤੇ 48 ਘੰਟੇ ਆ ਦਿਨ ਦੇ, ਇਹ ਵੀ ਮੈਨੂੰ ਜ਼ਰੂਰ ਐਕਸਪਲੇਨ ਕਰ ਦਿਓ ਜੀ। No, up to you, sir. ਜੀ ਨਾਦਰ ਜੀ। ਇਸ ਤਰ੍ਹਾਂ ਮੈਂ ਤੁਹਾਡੇ ਅਖੀਰੀ ਸਵਾਲ ਦਾ ਜਵਾਬ ਦੇ ਦਾਂ ਕਿ ਜਿਹੜਾ ਆਦਮੀ ਵਿਹਲਾ ਹੈ ਉਹਦੇ ਕੋਲ 1 ਮਿੰਟ ਨਹੀਂ ਹੈ, ਫੁਰਸਤ ਨਹੀਂ ਹੈ ਉਹਦੇ ਕੋਲ। ਜਿਹੜਾ ਬਿਜ਼ੀ ਹੈ ਉਹਦੇ ਕੋਲ ਟਾਈਮ ਹੈ, ਬਿਕਾਜ਼ ਹੀ ਨੋਜ਼ ਹਾਊ ਟੂ ਮੈਨੇਜ ਹਿਸ ਟਾਈਮ। ਵਾਹ ਵਾਹ ਵਾਹ। ਹੀ ਨੋਜ਼ ਹਾਊ ਟੂ, ਉਹਨੇ ਆਪਣੇ ਟਾਈਮ ਦੇ ਨਾਲ ਉਹਨੇ ਉਹ ਸਿੱਖ ਲਿਆ ਕਿਵੇਂ ਮੈਨੇਜ ਕਰਨਾ, ਅਤੇ ਉਹਦੇ ਕੋਲ ਬਹੁਤ ਟਾਈਮ ਹੈ। ਉਹਦੇ ਕੋਲ 24 ਘੰਟੇ ਥੋੜ੍ਹੇ ਹੁੰਦੇ ਜੀ, ਬਹੁਤ ਹੁੰਦੇ ਆ। ਮੈਂ ਸ਼ੁਰੂ ਕਰੂੰਗਾ ਜੀ ਪਰਿਆਵਰਨ ਤੋਂ। ਮੇਰਾ ਅੱਜ ਕੱਲ੍ਹ ਜਿਹੜਾ ਹੈ ਜ਼ਿਆਦਾ ਰੁਝਾਨ ਉਸ ਪਾਸੇ, ਦਿਮਾਗ ਸਾਰਾ ਉਸ ਪਾਸੇ ਹੈ। ਇਹ ਕਿਤਾਬ ਜਿਹਦੇ ਬਾਰੇ ਤੁਸੀਂ ਇੰਨਾ ਕੁਛ ਕਿਹਾ, ਪਹਿਲਾਂ ਤਾਂ ਇਹ ਮੈਂ ਇਸ ਕਾਬਲ ਨਹੀਂ ਜਿੰਨਾ ਤੁਸੀਂ ਕਹਿਤਾ ਮੇਰੇ ਬਾਰੇ। ਮੈਂ ਸ਼ਸ਼ੋ ਪੰਜ ਹੈ, ਮੇਰੇ ਕੋਲ ਬਚਿਆ ਕਿਆ ਬੋਲਣ ਵਾਸਤੇ ਕੁਛ ਨਹੀਂ ਹੈ, ਠੀਕ ਹੈ, ਸਿੰਸੀਅਰਲੀ। ਤੋ ਇਹ ਕਿਤਾਬ ਜਿਹੜੀ ਹੈ ਇਹ ਇਸੀ ਖਿਆਲ ਤੋਂ ਸ਼ੁਰੂ ਹੋਈ ਸੀ ਕਿ ਪਰਿਆਵਰਨ ਦੀ ਹਾਲਤ ਖਰਾਬ ਹੈ। ਮੇਰੀ ਕਿਆ ਹੋਇਆ ਕਿ ਮੇਰੀ ਜ਼ਮੀਨ ਦੇ ਵਿੱਚ ਪਹਿਲਾਂ ਪਾਣੀ ਜਿਹੜਾ ਹੈ, ਜਿਹੜੀ ਲੱਗਿਆ ਵਾ ਸੀ ਟਿਊਬਵੈੱਲ, ਉਹ ਪਾਣੀ ਮੁੱਕ ਗਿਆ ਉੱਥੇ। ਜਿਹੜਾ ਪਹਿਲਾਂ ਟਿਊਬਵੈੱਲ ਲਗਾਇਆ ਸੀ 90 ਫੁੱਟ 'ਤੇ ਪਾਣੀ ਸੀ ਜੀ, ਉਸ ਪਤਨ 'ਚ ਖਤਮ ਹੋ ਗਿਆ ਪਾਣੀ। ਹਾਂ ਜੀ ਹਾਂ, ਡੇਰਾ ਬਸੀ ਕੋਲ। ਹੁਣ ਜਦੋਂ ਟਿਊਬਵੈੱਲ ਲਗਾਇਆ ਉਹ 350 ਫੁੱਟ 'ਤੇ ਆਇਆ। ਪਹਿਲਾ ਪਤਨ ਖਤਮ ਹੋ ਗਿਆ, ਪਹਿਲਾ ਪਤਨ ਜਿਹੜਾ 90 ਫੁੱਟ 100 ਫੁੱਟ ਵਾਲਾ ਖਤਮ ਹੋ ਗਿਆ, 350 ਫੁੱਟ 'ਤੇ ਪਾਣੀ ਆਇਆ। ਜਿਸ ਦਿਨ ਉਹ ਵਾਪਰਿਆ, ਉਹ ਵਾਕਿਆ ਹੋਇਆ ਮੇਰੇ ਨਾਲ ਬੀਤਿਆ ਜੋ, ਉਸ ਦਿਨ ਰਿਅਲਾਈਜ਼ ਕੀਤਾ, ਮੈਂ ਕਿਹਾ ਨਹੀਂ ਯਾਰ, ਇਹਨੂੰ ਨਾ ਹੁਣ ਆਪਾਂ ਹਾਈਲਾਈਟ ਕਰੀਏ, ਜਿਵੇਂ ਮਰਜ਼ੀ ਕਰੀਏ, ਹਾਈਲਾਈਟ ਕਰੀਏ, ਪਰਿਆਵਰਨ ਦੇ ਮਗਰ ਲੱਗ ਜਾਈਏ ਸਾਰਾ, ਜਦ ਤੱਕ ਇਹ ਜੋ ਕੁਛ ਕੰਕਰੀਟ ਨਹੀਂ ਕਰ ਪਾਉਂਦੇ, ਜਦ ਤੱਕ ਬੈਠੋ ਨਾ। ਉਸ ਦਿਨ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ। ਇਹ ਗੱਲ ਹੋਈ ਜੀ 1.5 ਸਾਲ ਹੋਇਆ ਇਸ ਗੱਲ ਨੂੰ। ਇਹ 1.5 ਸਾਲ ਕਿਤਾਬ ਕੰਪਲੀਟ ਕੀਤੀ ਮੈਨੇ। ਇਹਦੇ ਹਰ ਇੱਕ ਪੇਜ 'ਤੇ ਮੇਰਾ ਇੱਕ ਸ਼ੇਅਰ ਹੈਗਾ ਜਿਹੜਾ ਕਿ ਇਸ ਹਾਲਤ ਨੂੰ ਬਿਆਨ ਕਰਦਾ ਹੈ। ਮੈਂ ਪਹਿਲਾਂ ਇਹਦੇ ਬਾਰੇ 2 ਸ਼ੇਅਰ ਬੋਲਣਾ ਚਾਹਾਂਗਾ। ਇਰਸ਼ਾਦ। सुना है बदनसीबी छा गई है अब तो धरती पर। बाबा सुना है बदनसीबी बदनसीबी छा गई है अब तो धरती पर, ये सबकी माँ है, फिर ये बद्दुआ किसकी लगी होगी? क्या बात है, वाह 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 वाह। ये सबकी माँ है, फिर ये बद्दुआ किसकी लगी? वाह वाह वाह। लगे बनने शहर फसलें जहाँ पर लहलहाती थी। लगे बनने शहर, बनने शहर फसलें जहाँ पे, फसलें जहाँ पर लहलहाती थी, भरेंगे पेट कैसे अब धरा मुश्किल में आई है। क्या बात है, वाह वाह वाह। भरेंगे पेट कैसे अब धरा मुश्किल में आई है। करोगे जल मलिन तो प्यास को कैसे बुझाओगे? करोगे जल मलिन तो प्यास को कैसे बुझाओगे? हवा दूषित करोगे, श्वास फिर तुम ले ना पाओगे। हवा दूषित करोगे, श्वास फिर तुम ले ना पाओगे। रहो ना बेखबर तुम आने वाले मौसमों से यूं। रहो ना बेखबर तुम आने वाले मौसमों से यूं। अजब करवट बदलने लग गए हैं अब तो ये मौसम। वाह 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 वाह। अजब करवट बदलने लग गए हैं अब तो ये मौसम। वाह। रिक्वेस्ट है भाइयों, रिक्वेस्ट है, हाथ जोड़ के गुजारिश है, पर्यावरण को जितना बचा सकते हो बचाओ। एक इंसान अपनी जिंदगी में 6 पेड़ खाता है, वो चाहे इस कागज़ की शक्ल में हो, चाहे आपका जो पेपर नैपकिन की शक्ल में हो, किसी भी शक्ल में जो आप कागज़ इस्तेमाल करते हो, लकड़ इस्तेमाल करते हो, जो भी आप फर्नीचर इस्तेमाल करते हो, अपना बेड बनता है, 6 पेड़ एक आदमी खाता है। मैं दुनिया से शायद हक मैंने स्नैच कर रहा हूँ कि भाइयों आपने किस ने कितने पेड़ लगाए हैं। मेरा नहीं ख्याल 90% लोगों ने एक भी पेड़ लगाया होगा। ये मॉरल ड्यूटी है, अपनी मॉरल ड्यूटी है, कम से कम उतना तो दे के जाओ जितना यहाँ से ले रहे हैं, उतना तो लेके जाओ। जहाँ तक अपने लिखने की बात है, मेरी 24 किताबें आई हैं, 23 नज़्मों और गज़लों पे हैं, जिसमें उर्दू भी है, हिंदी भी है, पंजाबी भी है, तीनों लैंग्वेजेस में लिखता हूँ मैं।
یہ پنجابی میں ایک نظم لکھی تھی، مجھے بہت عزیز ہے یہ، میں اس کے کچھ اشعار آپ کے سامنے رکھوں گا۔ ربا اے تو کی کیتا سو، ربا اے تو کی کیتا سو، حال اساڈا ویکھ جرا تو، ایک ہی جیو بنا دیتا سو، ربا اے تو کی کیتا سو، واہ تیرے نانو رٹ رٹ چھڑ دے، انسانانو بڑ بڑ چھڑ دے، لاشاں بچھیاں ننگیاں کر دے، تیرے پھر قصیدے پڑھ دے، اوہ واہ ربا یہ تو کی کیتا سو۔ افسر وڈے وڈے بن گئے، نوٹاں نال گودام نے بھر گئے، مظلوماں دا کی جینا ہے، کیڑیاں وانگوں رہن مسل دے، تیرے نے جگراتے کر دے، جہاں او تیرا کلمہ پڑھ دے، ربا یہ تو کی کیتا سو۔ ایک ہی قوم بنا دیتی سے، ایک ہی قوم بنا دیتی ہے، جنوں لوکی لیڈر دس دے، ہر ایک نو او لٹ دے سٹ دے، عورت دی بھی عزت لٹ دے، انصاف اتے بھی پیرو رکھ دے، انصاف اتے بھی پیرو رکھ دے، ہن تاں اتی کر دیتی سو، ربا اے تو کی کیتا سو، ربا اے تو کی کیتا سو۔ کوئی لیکھک جے کچھ لکھدا او دیاں لتاں باہاں وڑ دے، واج کتوں جے اٹھدی دسے، اس نو او اتھے ہی نپ دے، پھر تیرے او فتوے پڑھ دے، پھر تیرے او فتوے پڑھ دے، ربا اے تو کی کیتا سو۔ ایک شعر ہے جی آخری ادا، ربا کوئی راہ بکھا دے، ربا کوئی راہ بکھا دے، یا پھر سانو موت ہی دے دے، ہن تاں ایتھے جی نہیں ہوندا، جاں پھر سانو جگرا دے دے، جاں پھر سانو جگرا دے دے، ربا یہ تو کی کیتا سو۔ یہ منچ جڑے خیال آئے جی وہ الفاظ سے پروتے، میں پہلا تاں غزلیں لکھدا رہا ہیں، اور صاحب دی نگہبانی ہے وہ جی میں گائیڈ کرتے رہے، میں اس طرح لکھتا رہا، اور ہن ایک کتاب ہے جہدے وچ 3001 بہر چ شعر ہیں، وہ آ رہی ہے، مگر بچنوں ایک ایسا ٹائم آیا جس ٹائم دور آیا ہے اندازاً سال 2 سال دا، جس ٹائم کی من تے سارے یہ جڑے کھبے سجے دیکھدا دی بوجھ پیندا سی، اس ٹائم میں ایک کتاب لکھی جہدے وچ صرف نظماں ہیں، یہ صرف نظمیں ہیں، احساس کی بوندیں، احساس کی بوندیں، جڑے احساس ہویا وہی ہے دے، ٹھیک ہے جی، او دے بارے میں کچھ جڑا ہے ذکر کراں گا، بیکاز یہ میری آتما تو نکلے ہوئے الفاظ ہیں، یہ آتما تو نکلے ہوئے الفاظ ہیں۔ میری غزلیں مجھ سے اکثر پوچھتی ہیں، واہ واہ واہ، میری غزلیں مجھ سے اکثر پوچھتی ہیں، میری راتوں کا کوئی تو چاند ہوگا، جو سجائے خواب ان آنکھوں میں اکثر، ان کا اس کو بھی کوئی احساس ہوگا، جو سجائے خواب ان آنکھوں میں اکثر، ان کا اس کو بھی کوئی احساس ہوگا، دل میں بے چینی ابھی تک پھر یہ کیوں ہے، میری غزلیں مجھ سے اکثر پوچھتی ہیں، بابا اس نے اندھیارے نوازے ہیں ہمیں کیوں، اس نے اندھیارے نوازے ہیں ہمیں کیوں، اس کو یہ احساس اب کوئی دلا دو، راہ بر کچھ تو خفا لگتا ہے ہم سے، راہ بر کچھ تو خفا لگتا ہے ہم سے، اس کے دامن میں محبت کو سجا دو، ہر بشر لے کر گیا ماں کی دعائیں، سب کی پیشانی پہ پھر یہ بلسا کیوں ہے، میری غزلیں
मुझसे अक्सर पूछती हैं, क्या बात है, बहुत अब किसानी नूर पाए ये है लाजिम। ये उस टाइम लिखी थी जी जिस टाइम किसानी में समस्या आई थी। अब किसानी नूर पाए ये है लाजिम, अब किसानी को सियासत से बचा लें। मान ले हैं राह पर तो साफ दिल के, वो कहते हैं हम साफ दिल हैं, मान लो यार, मान लें ये राह पर हैं साफ दिल के, फिर किसानी को भी कुछ तकलीफ होगी, फिर किसानी को भी कुछ तकलीफ होगी। खोल लो कानून की मोटी किताबें, अब किसानी को विचोलों से बचा लें। अब तलक भी राह क्यों निकली नहीं है, अब तलक भी राह क्यों निकली नहीं है। मेरी गज़लें मुझसे अक्सर पूछती हैं। वाह, बहुत अच्छा, बहुत अच्छा। चीन एक नासूर बनता जा रहा है, ये चीज़ हम भूल नहीं सकते, अगर भूलेंगे तो मरेंगे। चीन एक नासूर बनता जा रहा है, ये है लाजिम, अब मज़ा उसको चखाएं। अब खरीदेंगे ना कुछ भी चीन से हम, उसको खुद मुख्तार होकर अब दिखाएं। अब तलक ऐसा हुआ फिर क्यों नहीं है, अब तलक ऐसा हुआ फिर क्यों नहीं है। मेरी गज़लें मुझसे अक्सर पूछती हैं। बहुत खूब। ये हकीकत है कि बच्चे बिक रहे हैं, ये हकीकत है कि बच्चे बिक रहे हैं, मांगने को फिर लगा देते हैं उनको। वो किसी की आंख का तो नूर होंगे, जिंदगी का मायना ही भूल बैठे, जिंदगी का मायना ही भूल बैठे। हर तरफ ये शोर उठता है बचा लो, बंद कर दो भीख देना अब नकद में, बंद कर दो भीख देना अब नकद में। दे सको तो दे दो खाने को उन्हें कुछ, इस तरह उनको दरिंदों से बचा लो। इस कदर इंसान पर हैवान क्यों है, इस कदर इंसान पर हैवान क्यों है। मेरी गज़लें मुझसे अक्सर पूछती। वाह वाह वाह। भाईजान ये हमारी जिम्मेवारी बनती है, जो मैं अगला जो स्टैंज़ा है, हिंदियों में क्या कोई हिंदी बचा है, कोई हिंदुस्तानी बहुत नजर अच्छा आ रहा है। मिसरा। वाह वाह वाह। हिंदियों में क्या कोई हिंदी बचा है, अब तो पंजाबी या कश्मीरी हैं सारे। अब कहाँ हैं बोस गांधी या जवाहर, ये तो हिंदू मुसलमान या सिख हैं सारे, ये तो हिंदू मुसलमान या सिख है सारे। ये जो हिंदुस्तान है हिंदियों का, ये जो हिंदुस्तान है हिंदियों का। ऐसा जज्बा हिंदियों में क्यों नहीं है। मेरी गज़लें मुझसे अक्सर पूछती है, मेरी गज़लें मुझसे अक्सर। मेहरबानी जी। ऐसे ही फीलिंग्स आई जिस कारण ये किताब, इस किताब ने जन्म लिया। ये जब मैं शुरू करने लगा, मेरी हर साहब से बात हुई कि मैं थोड़ी देर के लिए गज़लों से दूर जाने लगा हूँ। वो कहते यार कुछ कर, बहर में कर, तभी ये आगे आत्मा तक पहुँचेगी बात। ठीक है, तो ये सारी जो हैं नज़में सब बहर में हैं, और ये इनकी इजाज़त की वजह से। और बड़ी सोहनी कह रही सी शेरे के मतलब लिखत एक चीज़ है, वर्ड्स जज्बा या भाव विचार, ਤੇ ਇੱਕ ਗ੍ਰਾਮਰ ਹੁੰਦੀ ਹੈ। ਮੈਨੂੰ ਥੋੜੀ ਜੀ ਗੱਲ ਸੁਣੀ ਸੀ ਤੁਸੀਂ ਤੇ ਅਰਸ਼ੀ, ਉਹ ਕੀ ਹੈ? ਗਜ਼ਲ ਦੀ ਗ੍ਰਾਮਰ ਕੀ ਹੈ? ਗਜ਼ਲ ਦੀ ਗ੍ਰਾਮਰ, ਗਜ਼ਲ ਨਜ਼ਮ ਜਿਹੜੀ ਮੈਂ ਹੈ, ਨਹੀਂ ਉਹ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ। ਮੈਂ ਦੱਸੂਗਾ ਤੁਹਾਨੂੰ। ਹਾਂਜੀ, मैंने आपको किताब ਤੁਸੀਂ दी ਕਿਵੇਂ ਧਿਆਨ ਰੱਖਦੇ ਹੋ ਇਹਨਾਂ ਚੀਜ਼ਾਂ ਨੂੰ ਲਿਖਣ ਵੇਲੇ, ਤਾਂ ਕਿ ਸਾਡੇ ਜਦੋਂ ਬੱਚੇ ਵੇਖਣਗੇ ਇਹਨੂੰ ਤਾਂ ਤੁਹਾਡੀ ਗੱਲ ਨੂੰ ਸੁਣਨਗੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ। इन शॉर्ट की है ਜਿਹੜੀ ਵੀ ਚੀਜ਼ ਅੱਜ ਜਿੰਨੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਹੈ, ਬਹੁਤ ਬਹੁਤ ਸੰਤਾਂ ਦੀ ਬਾਣੀਆਂ ਹੋ, ਇੱਕ ਦੀ ਨਹੀਂ ਹੈ। ਤੁਸੀਂ ਦੇਖੋਗੇ ਉਹ ਸਾਰੀ ਗ੍ਰਾਮਰ ਚ ਬਹਿਰ ਚ ਹੋ, ਉਹ ਤਾਂ ਹੀ ਜਿੰਦਾ ਹੈ। ਉਹ ਜਿੰਦਾ ਤਾਂ ਹੀ ਹੈ ਭਰਾ ਜੀ, ਹੋਰ ਕੋਈ ਕਾਰਨ ਨਹੀਂ ਹੈ। ਬੇਬਹਿਰ ਚੀਜ਼ ਜਿੰਦਾ ਨਹੀਂ ਰਹਿ ਸਕਦੀ। ਆਈ ਕੈਨ ਗਿਵ ਯੂ ਇਨ ਰਾਈਟਿੰਗ, ਨਹੀਂ ਜਿੰਦਾ ਰਹਿ ਸਕਦੀ। ਤੁਸੀਂ ਜਿੰਨਾ ਮਰਜ਼ੀ ਜੋ ਮਰਜ਼ੀ ਲਿਖੀ ਜਾਓ, ਜਿੰਦਾ ਨਹੀਂ ਰਹਿ ਸਕਦੀ। ਉਹ ਕੁਛ ਦੇਰ ਬਾਅਦ ਜਦੋਂ ਉਹ ਅਗਲੇ ਆਪਣੇ ਜਿਹੜੇ ਲੋਕ ਆਉਣਗੇ। ਜਿਹੜੀ ਗ੍ਰਾਮਰ ਹੈ, ਹਾਂ, ਕੀ ਉਹ ਬਹਿਰ ਹੈ ਕਿ ਤਰਤੀਬ ਹੈ? ਬਹਿਰ ਹੈ ਉਹ। ਇੱਕ ਮਿੰਟ, ਨਹੀਂ ਮੈਂ ਕਹਿਣਾ ਚਾਹੁੰਦਾ ਬਹਿਰ ਵੀ ਗ੍ਰਾਮਰ ਹੈ।
ਬਹਿਰ ਵੀ ਇੱਕ ਟਾਈਪ ਦੀ ਗ੍ਰਾਮਰ ਹੈ, ਹੋਰ ਕੁਝ ਨਹੀਂ ਹੈ, ਮਤਲਬ ਇੰਨੀ ਮੁਸ਼ਕਲ ਨਹੀਂ ਹੈ। ਸਰ ਮੈਂ ਕਿਹਾ ਬਹਿਰ ਗ੍ਰਾਮਰ ਦਾ ਇੱਕ ਹਿੱਸਾ ਤੇ ਹੈ ਕਿ ਗ੍ਰਾਮਰ ਹੈ, ਇਹ ਦੱਸੋ ਨਾ। ਗ੍ਰਾਮਰ ਦੀ ਇੱਕ ਕਿਸਮ ਹੈ, ਗ੍ਰਾਮਰ ਤਾਂ ਬਹੁਤ ਬੜਾ ਲਫ਼ਜ਼ ਹੈ, ਗ੍ਰਾਮਰ ਦੀ ਇੱਕ ਕਿਸਮ ਹੈ ਬਹਿਰ। ਇਹ ਢੰਗ ਹੈ। ਦੇਖੋ ਆਦਮੀ ਜਿਸ ਟਾਈਮ ਪੈਦਾ ਹੋਇਆ ਉਹਦੇ ਕੋਲ ਲਫ਼ਜ਼ ਨਹੀਂ ਸੀਗੇ। ਬਹਿਰ ਕੀ ਹੈ? ਬਹਿਰ ਇਜ਼ ਮਿਊਜ਼ਿਕ। ਬਹਿਰ ਇਜ਼ ਬੇਸਿਕਲੀ ਮਿਊਜ਼ਿਕ, ਲਹਿਰ ਹੈ, ਰਾਈਟ। ਆਦਮੀ ਜਿਸ ਟਾਈਮ ਪੈਦਾ ਹੋਇਆ ਉਹਦੇ ਕੋਲ ਲਫ਼ਜ਼ ਨਹੀਂ ਸੀਗੇ, ਉਹਦੇ ਕੋਲ ਨਹਿਰ 'ਚ ਪਾਣੀ ਚੱਲ ਰਿਹਾ ਸੀ, ਉਹਦੀ ਕਲਕਲ ਦੀ ਆਵਾਜ਼ ਉਹਨੂੰ ਸੁਣਦੀ ਸੀ। ਪਰਿੰਦੇ ਹੈ ਉਹਨਾਂ ਦੀ ਆਵਾਜ਼ ਸੁਣਦੀ ਸੀ, ਜਾਨਵਰ ਹੈ ਉਹ ਬੋਲਦੇ ਸੀ, ਉਹਦੀ ਆਵਾਜ਼ ਸੁਣਦੀ ਸੀ। ਇਹ ਸਾਰੀਆਂ ਚੀਜ਼ਾਂ ਮਿਊਜ਼ਿਕ ਹੈ। ਇਹ ਉਹਦੇ ਵਿੱਚ ਫਿਰ ਆਦਮੀ ਨੇ ਫਿਰ ਲਫ਼ਜ਼ ਪਾਏ। ਬਹਿਰ ਮੀਨਸ ਮਿਊਜ਼ਿਕ ਬੇਸਿਕਲੀ। ਅਸੀਂ ਮਿਊਜ਼ਿਕ ਦੇ ਵਿੱਚ ਲਫ਼ਜ਼ ਪਾਉਂਦੇ ਹਾਂ, ਲਫ਼ਜ਼ਾਂ ਦੇ ਉੱਪਰ ਮਿਊਜ਼ਿਕ ਨਹੀਂ ਚੜਾਉਂਦੇ। ਅਸੀਂ ਜਿਹੜੇ ਬਹਿਰ 'ਚ ਲਿਖਦੇ ਹਾਂ ਉਹ ਮਿਊਜ਼ਿਕ ਦੇ ਵਿੱਚ ਲਫ਼ਜ਼ ਪਾਉਂਦੇ ਹਾਂ। ਦੈਟ ਇਜ਼ ਬਹਿਰ। ਮੀਟਰ ਉਹੀ ਗੱਲ ਹੈ। ਮੇਰੇ ਮਨ 'ਚ ਆਉਣ ਡਿਆ ਸੀ, ਜਿਵੇਂ ਅਰਸ਼ ਸਾਹਿਬ ਜਦੋਂ ਗੱਲ ਕਰ ਰਹੇ ਸੀਗੇ ਤਾਂ ਇਹ ਕਹਿੰਦੇ ਕਿ ਉਰਦੂ ਦੇ ਵਿੱਚ ਉਹ ਵੱਜਵੇਂ ਕੁਛ ਸ਼ਬਦ ਸੀਗੇ, ਵੱਜਵੇਂ ਕੁਛ ਆਸ਼ਿਕ ਸੀਗੇ, ਵੱਜਵਾਂ ਸੀ ਬਹੁਤ ਕੁਝ, ਜਾਂ ਸ਼ਾਇਰੀ ਵੀ ਉਹ ਸਾਕੀ, ਰਿੰਦ, ਇਸ਼ਕ ਤੇ। ਬਟ ਮੈਂ ਤੁਹਾਡੀਆਂ ਗਜ਼ਲਾਂ ਸੁਣੀਆਂ ਜਿਹੜੀਆਂ ਜਾਂ ਪੜ੍ਹੀਆਂ ਜਿਹੜੀਆਂ ਦੇਖੀਆਂ ਆ, ਇਹ ਤਾਂ ਬਹੁਤ ਸਖਤ ਪੋਲੀਟੀਕਲ ਨੇ। ਤੁਸੀਂ ਆਹ ਗਜ਼ਲ ਹੁਣੇ ਪੜ੍ਹੀ ਹੈ, ਉਹਦੇ ਤਾਂ ਇੱਕ ਇੱਕ ਲਾਈਨ ਪੋਲੀਟੀਕਲ ਹੈ। ਔਰ ਉਹ ਅੱਜ ਦੇ ਜੋ ਅੱਜ ਜਿਹੜੇ ਬਲਦੇ ਸਵਾਲ ਨੇ, ਬਲਦੇ ਸਵਾਲ ਨੇ, ਉਹਨਾਂ ਨੂੰ ਸੰਬੋਧਨ ਹੈ। ਇਹ ਤੁਸੀਂ ਵੀ ਇਹਦਾ ਉਰਦੂ ਰੰਗ ਹੈ, ਉਰਦੂ ਰੰਗ ਹੈ, ਹਿੰਦੀ ਉਰਦੂ ਤੁਸੀਂ ਯੈਸ ਇਹ ਤੁਹਾਡਾ ਉਚੇਚਾ। ਤੁਸੀਂ ਕਿਹਾ ਵੀ ਮੈਂ ਕੱਢ ਕੇ ਲਿਆਉਣਾ ਰਿੰਦਾਂ ਸਾਕੀਆਂ ਦੇ ਵਿੱਚੋਂ। ਬਿਲਕੁਲ। ਕੀ ਸੀ ਅਨੁਭਵ ਤੁਹਾਡਾ? ਕੀ ਸੀ ਮਨ ਦੇ ਵਿੱਚ? ਅਨੁਭਵ ਇਹ ਸੀ ਜੀ ਕਿ ਇਸ ਕੋਈ ਦੋ ਰਾਏ ਨਹੀਂ, ਆਪਾਂ 50 ਸਾਲ ਪਿੱਛੇ ਚਲੇ ਜਾਈਏ ਜੀ। ਪਹਿਲਾਂ ਗਜ਼ਲ ਜਾਂ ਨਜ਼ਮ ਇਹ ਸਿਰਫ ਮੁਹੱਬਤ 'ਤੇ ਸੀ, ਔਰਤ ਦੀ ਸੁੰਦਰਤਾ 'ਤੇ ਸੀ, ਬਾਲਾਂ 'ਤੇ ਸੀ, ਫੁੱਲਾਂ 'ਤੇ ਸੀ, ਗੱਲਾਂ 'ਤੇ ਸੀ, ਠੀਕ ਹੈ, ਜਾਂ ਫਿਰ ਜਿਹੜਾ ਹੈ ਮੁਹੱਬਤ ਪਿਆਰ 'ਤੇ ਸੀ। ਮਗਰ ਇਹ ਬਿਲਕੁਲ ਸਟੱਡੀ ਹੋ ਗਈ ਸੀ। ਜਦ ਤੱਕ ਆਪਾਂ ਕੋਈ ਵੀ ਲਿਟਰੇਚਰ ਹੈ, ਜਦ ਤੱਕ ਆਪਾਂ ਅੱਜ ਦਾ ਜੋ ਮਾਹੌਲ ਹੈ ਉਹਦੇ ਮੁਤਾਬਿਕ ਉਹ ਸਾਰੇ ਨਹੀਂ ਪਾਵਾਂਗੇ, ਉਹਦੇ ਅੰਦਰ ਉਹ ਫੀਲਿੰਗਸ, ਉਸ ਟਾਈਮ ਤੱਕ ਉਹ ਜਿੰਦਾ ਨਹੀਂ ਰਹੇਗਾ। ਉਹਨੂੰ ਅਗਲੀ ਆਉਣ ਵਾਲੀ ਨਸਲ ਨੂੰ ਇਹੀ ਨਹੀਂ ਪਤਾ ਲੱਗੂ ਉਸ ਟਾਈਮ ਕਿਆ ਹੁੰਦਾ ਸੀ ਹਾਲ। ਆਪਣੇ 50 ਸਾਲ ਜਾਂ 60 ਸਾਲ ਤੋਂ ਪਹਿਲਾਂ ਕਿਹਾ ਸੀ, ਹੁੰਦਾ ਹੀ ਇਸ਼ਕ ਮੁਸ਼ਕ ਸੀ ਯਾਰ, ਹੋਰ ਤਾਂ ਕੁਛ ਹੀ ਨਹੀਂ, ਹੋਰ ਤਾਂ ਕੁਛ ਹੀ ਨਹੀਂ। ਕਿਉਂ ਰਾਜੇ ਹੁੰਦੇ ਸੀਗੇ, ਉਹਨਾਂ ਨੂੰ ਜਿਹੜਾ ਹੈ ਖੁਸ਼ ਕਰਨ ਵਾਸਤੇ ਇਸ਼ਕ ਮੁਸ਼ਕ ਦੇ ਸੁਣਾਉਂਦੇ ਹੁੰਦੇ ਸੀਗੇ, ਠੀਕ ਹੈ। ਉਹਨਾਂ ਦੇ ਰਾਜਿਆਂ ਕੋਲ ਵੀ ਐਸ਼ ਕਰਨ ਦਾ ਤਰੀਕਾ ਇੱਕ ਸ਼ਰਾਬ ਸੀ ਜਾਂ ਕੁੜੀ ਸੀਗੀ। ਬੀਇੰਗ ਵੈਰੀ ਪ੍ਰੈਕਟੀਕਲ, ਆਪਾਂ ਵੀ ਪੜ੍ਹਦੇ ਰਹੇ ਹਾਂ, ਸਾਰੇ ਰਾਜਿਆਂ ਬਾਰੇ ਪੜ੍ਹਿਆ ਆਪਾਂ ਨੇ, ਠੀਕ ਹੈ। ਉਸ ਤੋਂ ਇਹ ਬਾਹਰ ਹੁਣ ਆਪਾਂ ਨਿਕਲ ਚੁੱਕੇ ਹਾਂ ਭਰਾ ਜੀ, ਆਪਾਂ ਨੂੰ ਬਾਹਰ ਨਿਕਲਣਾ ਪਊਗਾ। ਜਦ ਤੱਕ ਆਪਾਂ ਇਹ ਜੁਲੰਤ ਜਿੰਨੇ ਟੌਪਿਕ ਹੈ ਨਹੀਂ ਸੋਚਾਂਗੇ, ਨਹੀਂ ਇਹਦੇ ਬਾਰੇ ਲਿਖਾਂਗੇ, ਜਦ ਤੱਕ ਕੋਈ ਇੰਪਰੂਵਮੈਂਟ ਦਾ ਕੋਈ ਚਾਂਸ ਨਹੀਂ ਹੈ। ਇਸ ਕਰਕੇ ਲੋੜ ਹੈ ਨਾ ਜੀ। ਮੇਰੀ ਗੱਲ ਸੁਣ, ਹਾਂ, ਜਿਹੜਾ ਹੈਗਾ ਰੋਮਾਂਟਿਸਿਜ਼ਮ ਜਿਹੜਾ ਹੈਗਾ ਉਹ ਆਪਣੀ ਜਗ੍ਹਾ ਹੈ। ਨਹੀਂ ਸੁਣੋ, ਹਾਂ, ਜਿਹੜਾ ਰੋਮਾਂਟਿਸਿਜ਼ਮ ਹੈ ਨਾ ਕਵਿਤਾ 'ਚ, ਉਹ ਸਿਰਫ ਇਸ ਕਰਕੇ ਨਹੀਂ ਹੈਗਾ, ਮੈਨੂੰ ਲੱਗਦਾ ਹੈ ਕਿ ਜਿਹੜੇ ਰਾਜੇ ਮਹਾਰਾਜੇ ਸੀ ਰੋਮਾਂਸ, ਉਹਦਾ ਜੋ ਮੈਂ ਕੱਲ ਸ਼ੁਰੂ 'ਚ ਬੋਲਿਆ ਸੀ ਨਾ, ਅਸਲ 'ਚ ਸਾਨੂੰ ਰੋਮਾਂਸ ਤੋਂ ਬਿਨਾਂ ਪਹਿਲਾਂ ਸਿਖਾਇਆ ਕੁਛ ਨਹੀਂ। ਬੰਦੇ ਦੀ ਟ੍ਰੇਨਿੰਗ ਹੌਲੀ ਹੌਲੀ ਹੁੰਦੀ ਹੈ। ਇਹ ਨਹੀਂ ਕਿ ਮਹਾਰਾਜੇ ਸੀ ਤਾਂ ਸਿਰਫ ਰੋਮਾਂਸ ਸੀ, ਦੁੱਖ ਤਾਂ ਉਦੋਂ ਵੀ ਬਹੁਤ ਸੀ, ਸਭ ਕੁਛ ਸੀਗਾ, ਸਾਜ਼ਿਸ਼ਾਂ ਸੀ। ਉਸ ਲਈ ਅਸੀਂ ਦੁੱਖ ਨੂੰ ਦੁੱਖ ਵਾਂਗ ਨਹੀਂ ਸੀ ਦੇਖ ਰਹੇ। ਉਹ ਚੀਜ਼ ਬੋਲਣ ਦੀ ਔਕਾਤ ਨਹੀਂ ਸੀ ਕਿਸੇ ਰਾਈਟਰ ਦੀ। ਕੋਈ ਲਿਖ ਨਹੀਂ ਪਾਉਂਦਾ ਸੀਗਾ ਭਰਾ ਜੀ ਅਗੇਂਸਟ ਉਸਦੇ ਕਿ ਸਾਨੂੰ ਦੁੱਖ ਹੈਗੇ, ਕੋਈ ਲਿਖ ਨਹੀਂ ਪਾਉਂਦਾ ਸੀਗਾ। ਜਿੰਨੇ ਲਿਖਾਰੀ ਸੀਗੇ ਉਹ ਸਾਰੇ ਜਿਹੜੇ ਹੈ ਉਹ ਰਾਜੇ ਦੇ ਹੱਕ ਦੇ ਵਿੱਚ ਲਿਖਦੇ ਸੀਗੇ, ਔਰ ਉਹ ਇਹੀ ਚੀਜ਼ਾਂ ਲਿਖਦੇ ਸੀ, ਹੋਰ ਕੁਝ ਲਿਖਦੇ ਸੀ। ਤੁਸੀਂ 100 ਸਾਲ ਪਿੱਛੇ ਦੇ ਤੁਸੀਂ ਲਿਟਰੇਚਰ ਕੱਢੋ ਸੀ, ਕੈਨ ਯੂ ਗੈਟ ਐਨੀਥਿੰਗ ਆਊਟ ਆਫ ਇਟ? ਉਹ ਤਾਂ ਸੀ ਇਹੀ। ਉਸ ਟਾਈਮ ਦਾ ਈਰਾਨ ਤੋਂ ਆਇਆ, ਇਰਾਕ ਤੋਂ ਆਇਆ, ਜਿੰਨੀ ਵੀ ਗਜ਼ਲ ਆਈ ਹੈ ਉਧਰ ਸੀਗੇ ਰਾਜੇ, ਜਾਂ ਕੁਰਬਾਨ ਹੁੰਦੀ ਸੀ ਬਸ। ਇਹ ਗੱਲਾਂ ਕਾਲੀ ਹੋਣੀ ਕੀਤੀਆਂ ਨਾ, ਹਾਂ, ਸੋਚੇ ਕਿਤੇ ਰੋਮਾਂਸ ਨਹੀਂ ਸੀ, ਉਹ ਕੁਛ ਹੋਰ ਸਾਈਡ ਸੀ, ਉਹ ਲਿਟਰੇਚਰ ਦੀ ਕੁਛ ਹੋਰ ਸਾਈਡ ਸੀ, ਆਪਣੀ ਜਿਹੜੀ ਸੰਸਕ੍ਰਿਤੀ ਦੀ ਕੁਛ ਹੋਰ ਸਾਈਡ ਸੀ। ਉਹ ਵੀ ਇੱਕ ਸਾਈਡ ਅਲੱਗ ਚੱਲਦੀ ਹੈ ਪੈਰਲਲ, ਉਸ ਤੋਂ ਬਗੈਰ ਆਦਮੀ ਜੀ ਨਹੀਂ ਸਕਦਾ। ਜਦ ਤੱਕ ਖੁਦਾ ਨੂੰ ਯਾਦ ਨਹੀਂ ਕਰੂਗਾ ਆਦਮੀ ਨਹੀਂ ਜੀ ਸਕਦਾ। ਮੈਨੂੰ ਲੱਗਦਾ ਕਿ ਜਦੋਂ ਬੰਦਾ
ਨਾਬਰ ਹੋਣਾ ਸਿੱਖਦਾ ਹੈ। ਚੰਗੀ ਕਵਿਤਾ ਉਦੋਂ ਆਏ, ਚੰਗਾ ਲਿਟਰੇਚਰ ਉਦੋਂ ਆਏਗਾ। ਇਹ ਬੰਦਾ ਨਾਬਰ ਨਹੀਂ ਹੋਏਗਾ, ਨਾਬਰੀ ਸਿਰਫ ਸੱਤਾ ਫਿਰ ਉਹ ਮੁਲਾਇਮ ਹੀ ਹੋਏਗਾ। ਨਾਬਰੀ ਸੱਤਾ ਤੋਂ ਨਹੀਂ ਹੈ, ਬਿਲਕੁਲ ਠੀਕ ਹੈ, ਨਾਬਰੀ ਖੁਦ ਤੋਂ ਵੀ ਹੈ। ਸਿਸਟਮ ਸਿਸਟਮ ਤੋਂ ਚੰਗਾ ਲਿਟਰੇਚਰ ਦਾ ਜਿਹੜਾ ਬਿਲਕੁਲ ਠੀਕ source ਹੈ ਉਹ ਨਾਬਰੀ ਹੋਏਗਾ। ਬਿਲਕੁਲ ਇਹ ਦੇਖੋ ਤੁਸੀਂ ਜਿਹੜੀ ਸਰ ਹੁਣੇ ਨਜ਼ਮ ਪੜ੍ਹ ਕੇ ਹਟੇ ਨੇ, ਜਿਹਦੇ ਵਿੱਚ ਚੀਨ ਦਾ ਸਵਾਲ ਹੈ, ਜਿਹਦੇ ਵਿੱਚ ਕਿਸਾਨ ਦਾ ਸਵਾਲ ਹੈ। ਕਹਿੰਦੇ ਯਾਰ ਠੀਕ ਹੈ, ਤੁਸੀਂ ਸੱਚੇ ਆ ਤੇ ਕਿਸਾਨ ਕਾਹਦੇ ਦੁੱਖ ਬੈਠਾ ਆ, ਫਿਰ ਉਹ ਹੱਲ ਕਿਉਂ ਨਹੀਂ ਹੁੰਦਾ? ਜੇ ਚੀਨ ਆ ਕਹਿੰਦੇ ਜੀ ਆ ਨਹੀਂ ਕਰਨਾ ਸਾਰਾ ਠੀਕ ਆ, ਤੇ ਕਹਿ ਰਹੇ ਹੋ ਤੁਸੀਂ, ਕਰਦਾ ਤਾਂ ਕੋਈ ਵੀ ਨਹੀਂ ਹੈ। ਮਤਲਬ ਇੱਕ ਇੱਕ ਲਾਈਨ ਮੈਂ ਹੈਰਾਨ ਇਸ ਕਰਕੇ। ਮੇਰੇ ਇੱਕ ਦੋਸਤ ਹੈ ਸਰ, ਪੰਜਾਬੀ ਦਾ ਸ਼ਾਇਰ ਸੀ, ਸੁਰਜੀਤ ਸਾਜਨ ਉਹਦਾ ਨਾਂ, ਉਹਦਾ ਇੱਕ ਸ਼ੇਰ ਸੀ। ਉਹ ਕਹਿੰਦਾ ਗਜ਼ਲ ਨੂੰ ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਖੀਆਂ ਵਿੱਚੋਂ, ਗਜ਼ਲ ਵਿੱਚ ਬਿੰਬ ਵਰਤੇ ਮੈਂ ਘਰੀਣੀ ਦੇ ਘਰਾਂ ਵਰਗੇ। ਦੈਟਸ ਰਾਈਟ। ਇਹ ਅੱਜ ਦੇ ਦੌਰ ਦੀ ਇਹ ਚੀਜ਼ ਜਿਹੜੀ ਹੈ ਹਰ ਹਾਲਤ ਜ਼ਰੂਰੀ ਹੈ। ਮੈਂ ਪੁੱਛਣਾ ਤੁਹਾਨੂੰ ਇਹ ਚਾਹੁੰਦਾ ਸੀਗਾ ਇਹੀ ਕਿ ਚੀਜ਼ ਹੈ ਇਹ। ਇਹ ਪੋਲੀਟੀਕਲ ਇਹੀ ਚੀਜ਼ ਹੈ। ਗੱਲਾਂ ਜਿਹੜੀਆਂ ਨੇ ਉਹ ਤੁਸੀਂ ਇਸ ਲਹਿਰ ਚ ਜਾਂ ਬਹਿਰ ਚ ਬੰਨਦੇ, ਕਿਉਂਕਿ ਇਹ ਬੜਾ ਇਟਸ ਅ ਵੈਰੀ ਟੇਢਾ ਕੁਐਸਚਨ, ਔਖਾ ਕੰਮ ਨਹੀਂ, ਬੜਾ ਔਖਾ ਕੰਮ ਔਖਾ ਹੈ। ਔਖਾ ਕੰਮ ਹੈ ਤੁਹਾਡੇ ਲਈ, ਸੌਖਾ ਹੈ ਜਾਂ ਬਹੁਤ ਫਿਰ ਮਿਹਨਤ ਮਾਰਨੀ ਪੈਂਦੀ ਹੈ? ਮਿਹਨਤ ਤਾਂ ਮਾਰਨੀ ਪੈਂਦੀ ਹੈ ਭਰਾ ਜੀ। ਪਹਿਲਾਂ ਤਾਂ ਦਿਮਾਗ ਮੋਬਾਈਲ ਦੇ ਫਾਈਲਾਤੁਨ ਮੋਬਾਈਲ ਫਾਈਲਾਤੁਨ ਮੇਰੇ ਵਰਗੇ ਨੂੰ ਕਹਿੰਦੇ ਇਹਦੇ ਚ ਮੈਂ ਤਾਂ ਲਿਖ, ਗਿਣਨਾ ਹੀ ਛੱਡ ਮੈਂ ਕਿਹਾ ਦਿੰਦੀ ਠੇਕਾ ਹਾਂ। ਸ਼ਰਾਬ ਦੇਸੀ, ਮੈਂ ਠੇਕਾ ਸ਼ਰਾਬ ਜਦੋਂ ਦੇਸੀ। ਸਿੱਖਣਾ ਸ਼ੁਰੂ ਕੀਤਾ ਇੱਕ ਵਾਰੀ ਮੈਨੂੰ ਬੜੀ ਤੁਸੀਂ ਜੋ ਜਿਵੇਂ ਦੱਸਿਆ ਮੈਨੂੰ ਬੜੀ ਸੌਖੀ ਤਰ੍ਹਾਂ ਸਮਝ ਆ ਗਈ, ਪਰ ਮੈਂ ਹੁਣ ਗਿਣਦੀ ਨਹੀਂ ਆ। ਉਹ ਭਾਵੇਂ ਛੋਟੀ ਉਹ ਗਜ਼ਲ ਬਣ ਜਾਏ ਜਾਂ ਨਾ ਬਣੇ ਛੋਟੇ ਬੈਰ ਦੀ, ਉਹ ਫਿਰ ਪਰ ਇੱਥੇ ਮੈਂ ਆਪੇ ਹੀ, ਵੱਜ ਹਾਂ ਜਾਂਦੀ। ਬਸ ਮੈਂ ਹੋਰ ਕੁਝ ਨਹੀਂ ਆ। ਜਿੱਥੇ ਮੇਰਾ ਦਿਮਾਗ ਕਹਿੰਦਾ ਪਰ ਮੈਂ ਜਿੰਨੀ ਪੋਇਟਰੀ ਚਾਹੇ ਨਜ਼ਮ ਵੀ ਲਿਖਦੀ ਆ, ਉਹਦੇ 'ਚ ਰਿਦਮ ਲੈ ਤੇ ਉਹ ਸਾਰਾ ਜ਼ਰੂਰ ਹੋਣਾ ਚਾਹੀਦਾ ਤੁਹਾਨੂੰ, ਕੋਈ ਸ਼ਬਦ ਅੜ ਕੇ ਨਾ। ਔਰ ਉਹਦਾ ਬੜਾ ਸੌਖਾ ਜਿਹਾ ਤਰੀਕਾ ਹੁੰਦਾ ਵੀ ਅਸਲੀ ਗੱਲ ਤਾਂ ਰਿਦਮ ਹੈ ਜੀ। ਰਿਦਮ ਹੈ ਜੀ, ਰਿਦਮ ਇਹੀ ਹੈ। ਹੋਰ ਕੀ ਰਿਦਮ, ਹਾਂ ਇਹ ਜਿਹਨੂੰ ਤੁਸੀਂ ਭਰਾ ਜੀ ਨੇ ਕਹਿਤਾ ਮੋਬਾਈਲ ਨੂੰ ਉਹ ਰਿਦਮ ਹੈ। ਹੋਰ ਕੀ ਦੈਟ ਇਜ਼ ਮਿਊਜ਼ਿਕ। ਰਿਦਮ ਇਜ਼ ਜਿਹੜਾ ਤੁਸੀਂ ਜਦ ਇੱਕ ਆਦਮੀ ਵਾਇਲਨ ਲੈ ਕੇ ਵਜਾ ਰਿਹਾ ਹੁੰਦਾ, ਉਹਦੇ ਸਾਹਮਣੇ ਐਂ ਲਿਖੇ ਉਹ ਲਿਖੇ ਹੁੰਦੇ, ਉਹ ਕਿਆ ਹੈ? ਆਹੀ ਆ ਉਹ, ਇੱਕ ਇੱਕ ਦੋ ਇੱਕ ਇਹੀ ਹੈ। ਉਹ ਬਹਿਰੀ ਹੈ, ਬਹਿਰੇ ਉਹ ਬਹਿਰੇ ਲਿਖੀ ਹੁੰਦੀ ਹੈ ਸਾਹਮਣੇ ਉਹਨੇ ਵੀ ਅੱਜ ਮੈਨੇ ਬਜਾਣਾ ਹੈ। ਇਹ ਕਰ ਜਿਹੜਾ ਸਵਾਲ ਤੁਹਾਨੂੰ ਪੁੱਛਣ ਵਾਲਾ ਸਰ ਜੀ, ਮੈਂ ਨਾ ਪ੍ਰੈਸ ਹਾਂ ਉਹ ਸਵਾਲ ਹੈ ਕਿ ਜਦੋਂ ਕਵਿਤਾ ਦੀ ਆਮਦ ਹੁੰਦੀ ਹੈ ਉਦੋਂ ਬੰਦਾ ਕਿਸੇ ਹੋਰ ਔਰੇ 'ਚ ਹੁੰਦਾ ਹੈ, ਔਰਾ ਹੋਰ ਹੋਏਗਾ ਤੇ ਐਸ ਕਹਿੰਦਾ ਤੇ ਮੈਂ ਜਦੋਂ ਤੁਸੀਂ ਹੋਰ ਔਰਾ 'ਚ ਹੁੰਦੇ ਹੋ, ਜਦੋਂ ਆਪਣਾ ਲਸ਼ੂਰ ਨੇ ਬੋਲਿਆ ਸੀ, ਉਹ ਇੱਕ ਔਰਾ ਹੈ ਜਦੋਂ ਤੁਹਾਨੂੰ ਕਵਿਤਾ ਦੀ ਆਮਦ ਹੋਈ। ਠੀਕ ਹੈ। ਤੇ ਜਦੋਂ ਉਹਨੂੰ ਤੁਸੀਂ ਰਿਦਮ 'ਚ ਬੰਨਦੇ ਹੋ ਜਾਂ ਬਹਿਸ 'ਚ ਬੰਨਦੇ ਹੋ, ਫਿਰ ਕੀ ਉਸ ਔਰਾ 'ਚ ਰਹਿੰਦੇ ਹੋ? ਭਾਈ ਸਾਹਿਬ ਪਤਾ ਕੀ ਹੈ, ਇੱਕ ਹੁਣ ਸੁਣਨਾ ਮੇਰੀ ਗੱਲ ਨੂੰ। ਇੱਕ ਡਿਜ਼ਾਈਨਰ ਹੈ, ਮਸ਼ੀਨ ਡਿਜ਼ਾਈਨਰ ਹੈ। ਉਹ ਜਿਸ ਟਾਈਮ ਉਹਨੇ ਦੇਖ ਲਿਆ ਵੀ ਹਾਂ 55 ਟਨ ਦਾ ਇਹਦੇ ਉੱਪਰ ਸਮਾਨ ਆਉਣਾ ਹੈ, ਉਹਦੇ ਮਾਈਂਡ ਨੇ ਉਸੇ ਟਾਈਮ ਉਹਦੇ ਦਿਲੋਂ ਦਿਮਾਗ ਉਹਦੇ ਉੱਪਰ ਹਾਵੀ ਹੋ ਜਾਂਦਾ, ਉਹਦੇ ਉੱਪਰ ਉਹ ਪੁਆਇੰਟ ਹਾਵੀ ਹੋ ਜਾਂਦਾ ਵੀ ਇਹਨੂੰ ਮੈਂ ਕਿਵੇਂ ਕਰਾਂ, ਕਿਆ ਹੋਏਗਾ। ਉਹ ਸਾਰਾ ਕੁਝ ਆਪਣੇ ਆਪ ਸ਼ਕਲ ਬਣਨੀ ਸ਼ੁਰੂ ਹੋ ਜਾਂਦੀ ਹੈ। ਵਾਹ ਵਾਹ, ਇਹ ਪ੍ਰੈਕਟਿਸ ਹੈ, ਫਿਰ ਮੇਰੇ ਹੋਰ ਕੁਝ ਨਹੀਂ ਹੈ। ਸਰ ਇਹੀ ਤਾਂ ਪੁੱਛਣਾ, ਇਹੀ ਮੈਂ ਦੱਸਣਾ, ਇਹ ਗੱਲ ਦੱਸਣ ਵਾਲੀ ਹੈ ਨਾ। ਇਹੀ ਮੈਂ ਦੱਸਣਾ, ਪ੍ਰੈਕਟਿਸ ਹੈ ਇਹ। ਜਦੋਂ ਤੁਹਾਡੀ ਪ੍ਰੈਕਟਿਸ ਹੋ ਮੈਂ ਜਾਏਗੀ ਰੋਜ਼ ਦੇ ਮੇਰੇ ਬੜੇ ਭਾਈ ਕਿਆ ਮੈਂ ABC ਗਜ਼ਲ ਦੀ ਲਿਖਣੀ ਬੜੇ ਭਾਈ ਤੋਂ ਸਿੱਖੀ ਹੈ। ਔਰ ਮੈਂ ਮੇਰੀ ਆਤਮਾ 'ਚ ਮੈਂ ਇਹ ਬੈਠੇ ਹੋਏ हैं। मैं जब कोई अच्छी चीज़ लिखता है पूछो, मैं सवेरे कई बार 7 बजे फ़ोन करना है, बड़े भाई आज एक गज़ल बननी है, सुना सकता है? सुना यार फटाफट सुना। ग्रामर का जवाब से ढूंढ देता है। हाँ सच्चाई है, ये सच्चाई है। ਕਿਉਂਕਿ ਹਰ ਸਬਜੈਕਟ ਆਪਣੀ ਮੈਨੂੰ ਲੱਗਦਾ ਬੈਰ, ਸ਼ਕਲ, ਰੂਪ, ਫਾਰਮ, ਉਹ ਹਰ ਕੰਟੈਂਟ ਲੈ ਕੇ ਆਉਂਦਾ। ਇਹਨਾਂ ਦੀ ਸ਼ਖਸੀਅਤ ਨੂੰ ਵੀ ਵੇਖੀਏ ਨਾ, Yeah. ਤਾਂ ਜਿਵੇਂ ਉਹ ਕਰਾਫਟਿੰਗ ਕਰਨੀ ਆ, ਵੁੱਡ ਕਰਾਫਟ ਡਿਜ਼ਾਈਨਿੰਗ ਕਰਨੀ ਆ, ਉਵੇਂ ਹੀ ਵਿਚਾਰਾਂ ਨੂੰ ਵੀ ਇਹ ਮਤਲਬ ਇੱਕ ਸਾਚੇ 'ਚ ਇਹਨਾਂ ਨੇ ਢਾਲ ਹੀ ਲੈਣਾ ਉਹ ਮੈਨੂੰ ਲੱਗਦਾ। ਇਹ ਜਿਹੜੇ ਅਗਲੇ ਮੈਂ ਕੁਝ ਸ਼ੇਅਰ ਕਰਨ ਲੱਗਾ ਨਾ ਜੀ, ਇਹ ਉਹਦਾ ਜਵਾਬ ਹੈ ਜੋ ਤੁਹਾਡੇ ਦਿਮਾਗ 'ਚ ਕੁਐਸਚਨ ਆਇਆ। ਵਾਹ ਵਾਹ, ਇਹ ਉਹਦਾ ਜਵਾਬ ਹੈ, ਡਾਕਟਰ ਸਾਹਿਬ ਦੇ ਕੁਐਸਚਨ ਦਾ ਜਵਾਬ ਹੈ ਇਹ। ਥੋੜਾ ਜਿਹਾ ਡਾਕਟਰ ਸਾਹਿਬ ਇਹ ਹੈ ਵੀ ਜਦੋਂ ਵਿਚਾਰ ਆਉਂਦਾ ਨਾ, ਉਹ ਆਪਣੇ ਨਾਲ ਸ਼ਬਦਾਵਲੀ ਲੈ ਕੇ ਆਉਂਦਾ, ਉਹ ਲੈ ਕੇ ਆਉਂਦਾ, ਸ਼ਕਲ ਵੀ ਲਿਆਉਂਦਾ, ਨਾਲ ਬਹਿਰ ਵੀ ਲੈ ਕੇ ਬਹਿਰ ਵੀ ਲੈ ਕੇ ਆਉਂਦਾ। ਉਹ ਮੈਨੂੰ ਸਮਝ ਆ ਰਹੀ ਸੀ ਪਰ ਮੈਂ ਕਿਹਾ ਕੈਮਰੇ ਉਹ ਸਭ ਕੁਝ ਨਾਲ ਲੈ ਕੇ ਆਉਂਦਾ ਆਪਣੋਂ। ਅੱਗੇ ਰਿਕਾਰਡ ਹੋ ਜਵੇ। ਕਦੀ ਗਜ਼ਲ ਬਣਦੀ ਨਹੀਂ ਬੜੇ ਭਾਈ, ਕਦੀ ਗਜ਼ਲ ਬਣਦੀ ਨਹੀਂ, ਗਜ਼ਲ ਦੀ ਆਮਦ ਹੁੰਦੀ ਹੈ। ਵਾਹ ਵਾਹ, ਕਦੀ ਗਜ਼ਲ ਆਦਮੀ ਦੇ ਪਾਸ ਰੋਗ ਨਹੀਂ ਹੈ ਜੀ, ਇਹ ਆਮਦ ਹੁੰਦੀ ਹੈ। ਉਹ ਆਦਮੀ ਉਹ ਜਨਾਬ ਕੈਮਰੇ ਦੇ ਚੋਦੇ ਸੀ ਇਹ ਬੋਲ ਦਿੱਤਾ। ਇਹ ਦੇਖੋ, ਇਹ ਤੁਸੀਂ ਕਹੇ ਸੀ ਨਾ ਕਿੰਨਾ ਟਾਈਮ ਲੱਗਦਾ ਹੈ। ਇਸ ਨਜ਼ਮ ਨੂੰ ਲਿਖਣ ਨੂੰ ਸ਼ਾਇਦ 1 ਮਿੰਟ ਲੱਗਿਆ ਸੀ। ਵਾਹ ਵਾਹ, 1 ਮਿੰਟ।
ਮੈਂ 6 ਸੈਕਟਰ ਦੀ ਪੰਚਕੂਲੇ ਦੀ ਮਾਰਕੀਟ ਗਿਆ ਜੀ। ਬੈਠੇ ਬੈਠੇ ਉਹ ਕਰ ਲੈਂਦੇ ਮਿੰਟੋ ਮਿੰਟੀ ਇਹਦਾ ਨਿਕਲਦੀ ਹੈ ਹਾਂਜੀ ਆਉਣ ਦਿਓ। ਇੱਕ ਮੈਂ 6 ਸੈਕਟਰ ਦੀ ਮਾਰਕੀਟ ਗਿਆ, ਇੱਕ ਛੋਟਾ ਜਿਹਾ ਬੱਚਾ ਸੀਗਾ ਇੰਨਾ ਖੁਣੇਗਾ, ਉਹ ਗੁਬਾਰੇ ਵੇਚ ਰਿਹਾ ਸੀ ਔਰ ਮੈਂ ਉਹਨੇ ਦਰਵਾਜ਼ੇ ਦੇ ਮੇਰੇ ਸ਼ੀਸ਼ੇ ਤੇ ਮਾਰਾ ਨੌਕ ਕੀਤਾ ਤਾਂ ਮੈਂ ਪਿਛਲਾ ਸ਼ੀਸ਼ਾ ਉਤਾਰਦਾ ਉਹਨੂੰ, ਜਿਹੜਾ ਮੈਂ ਕਿ ਪਿੱਛੇ ਰੱਖਦੇ ਬੱਚੇ, ਤਾਂ ਮੈਂ ਉਹਨੂੰ 100 ਦਾ ਨੋਟ ਦੇਤਾ ਤੇ ਮੈਂ ਉਹ ਸ਼ੀਸ਼ਾ ਆਪਣਾ ਵੀ ਉੱਪਰ ਚੜਾਉਣ ਲੱਗਿਆ। ਉਹ ਕਹਿੰਦਾ ਨਹੀਂ 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 ਇੱਕ ਮਿੰਟ। ਮੈਂ ਕਿਹਾ ਅਗਰ ਬੱਚੇ, ਉਹਨੇ ਮੈਨੂੰ 40 ਰੁਪਏ ਵਾਪਸ ਫੜਾ ਦੇ। ਮੈਂ ਕਿਹਾ ਰੱਖ ਲਾ, ਕਹਿੰਦਾ ਨਹੀਂ 6 ਹੈ। ਇਹੀ ਜਵਾਬ ਸੀ ਉਹਦਾ, 6 ਹੈ, ਮਤਲਬ 60 ਰੁਪਏ ਦੇ 10 ਰੁਪਏ। ਉਹਦੀ ਜਿਹੜੀ ਵਜੂਦ, ਉਹਦੀ ਜਿਹੜੀ ਸ਼ਖਸੀਅਤ, ਉਹਦੀ ਜਿਹੜੀ ਇਹ 6 ਹੈ ਕਹਿਣਾ, ਔਰ ਉਹਦੇ ਪੈਰਾਂ 'ਤੇ ਚੱਪਲ ਤੱਕ ਨਹੀਂ ਸੀ, ਅੱਧੇ ਫਟੇ ਹੋਏ ਕੱਪੜੇ ਸੀ, ਇੰਨੀ ਕੁੜੀ ਸੀ, ਉਹ ਸਾਰੇ ਜਿਹੜਾ ਉਹਦਾ ਔਰਾ ਸੀਗਾ, ਜੋ ਉਹਦੀ ਫੀਲਿੰਗ ਮੇਰੀ ਆਤਮਾ ਤੱਕ ਪਹੁੰਚੀ। ਮੈਂ ਜਦ ਹੀ ਸਾਰੇ ਕੰਮ ਛੱਡ ਕੇ ਉੱਥੋਂ ਕੁਝ ਨਹੀਂ ਖਰੀਦਿਆ, ਮੈਨੇ ਬੈਗ ਮਾਰੀ, ਗੱਡੀ ਸਿੱਧੇ ਘਰ ਆਇਆ, ਪੈਨ ਚੱਕਿਆ ਔਰ 1 ਮਿੰਟ 'ਚ ਨਜ਼ਮ ਬਣ ਗਈ ਹੈ। ਵਾਹ 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 ਵਾਹ। छोटे छोटे हाथों वाली, छोटे छोटे पैरों वाली, पतली सी छोटी सी काया, चौराहे पे घूमे हर पल दाएं बाएं मैली सैली। क्या बात है यार, यार आहा, बारिश ही है। जग 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 जग। वाह वाह वाह। टिप टिप ये इस तरह बनती है, ये बहर इस तरह बनती है। आउन दियो। छोटे छोटे हाथों वाली, छोटे छोटे पैरों वाली, पतली सी छोटी सी काया, चौराहे पे घूमे हर पल दाएं बाएं मैली सैली, हाथों में गुब्बारे लेकर नंगे पैरों होती है वो। कारों के शीशे में अपना मैला सा जब चेहरा देखे, यूं ही नाचे यूं ही कूदे, थोड़े से दिन की ही होगी, ना पढ़ सकती ना लिख सकती, कितने सपने ढोती है वो। क्या बात है, कितने सपने ढोती है वो। दिन में तो सूरज की गर्मी, रात में वहशत देखे हर सू, हर पल वो हरकत में रहती, रातों को फिर सपने में वो माँ बापू संग सोती होगी, फिर भी छुप के सोना होगा, सोती भी क्या सोती है वो। क्या बात। कैसी उनकी मजबूरी थी, बच्चे हैं चेहरा कुदरत का, बच्चे इज्जत हैं हम सबकी, कोई तो अब आगे आए, कोई तो अब आगे आए, कोई तो दुख उसका बटाए, ऐसे सपने बोती है वो। क्या बात है। ऐसे सपने बोती है वो। दिल के छोटे लोगों में वो शबनम जैसी ही लगती है, कितनी तन्हा सी लगती है, सहमी सहमी सी लगती है। आहा। खुददारी की है वो मूरत, 40 रुपये वापस करती है उसको। 40 वापस करने हैं। खुददारी की है वो मूरत, ना कुछ मांगे ना रोती है, अब जाकर किसको पूछेंगे किसकी बेटी या पोती है। क्या बात है। अब जाकर किसको पूछेंगे किसकी बेटी या पोती है, उसकी जिल्लत उसकी जिल्लत, क्या बात। बिल्कुल। वाह 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 वाह। उसकी जिल्लत उसकी जिल्लत, उसकी इज्जत, जिल्लत से बाहर आने को छोटे छोटे से हाथों से सबकी जिल्लत होती है वो। बहुत खूब। मैं क्या बात। गुस्ताखी है, मैं रिपीट करूँगा, मैनू इस स्टैंजा बहुत आत्मा तक मुझे कर रहा है। उसकी जिल्लत उसकी इज्जत, जिल्लत से बाहर आने को छोटे छोटे से हाथों से सबकी जिल्लत होती है वो। बच्चे अपना सरमाया हैं, बच्चे अपना सरमाया हैं, हम सब की हैं जिम्मेवारी, हम कैसे झाड़ेंगे इसको, गजलों में ढूंढें खुददारी, हम कैसे झाड़ेंगे इसको, क्या बात है यार। गजलों में ढूंढें खुददारी, देखे जब भी आता मुझको गुब्बारे ले दौड़ी आती, नादिर नादिर करती है वो, नादिर नादिर करती है। क्या बात है यार। वाह वाह। तो ये लफ्ज परोए नहीं जाते, ये लफ्ज आमद नाल लेके आउंदी है। ऐसी नज़म की गल कि मैं पहले भी तक 2-3 मरतबा सुनी है गाली, ਤੁਸੀਂ ਸਹਿਮਤ ਹੋ ਕਿ नजर में बहुत सोहनी लगती है ਤੁਹਾਡੀ। हाँ करो 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 ਸਵਾਲ ਹੈ करो। ਸਵਾਲ ਹੈ ਕਿ ਤੁਸੀਂ ਤੁਹਾਨੂੰ ਵੀ ਮਹਿਸੂਸ ਹੋਇਆ ਹੋਣਾ, ਤੁਸੀਂ ਬੋਲੇ ਨਹੀਂ, ਪਰ ਮੈਂ ਬੋਲ ਦਿੰਦਾ, ਬੋਲ ਕੇ ਬੰਦਾ ਥੋੜਾ ਜਿਹਾ ਚੁੱਪ ਹੋਇਆ ਵੀ ਹੈ ਗੱਲ ਹੁੰਦਾ ਹੈ ਕਿ ਜਦੋਂ ਕੀ ਨਜ਼ਮ ਦਾ ਸੁਜੈਸਟਿਵ ਹੋਣਾ ਜ਼ਰੂਰੀ ਹੁੰਦਾ ਹੈ। समझा नहीं मैं करो। जिਵੇਂ रात के ਲਾਸਟ ਸੈਂਟੈਂਸ ਨਜ਼ਮ ਖਤਮ ਹੋ ਗਈ ਸੀ ਉੱਤੇ, ਨਜ਼ਮ ਖਤਮ ਹੋ ਗਈ ਸੀ। ਅਜੇ ਚਾਰ ਰਹੇ ਨੇ ਛੱਡ ਦਿਓ, ਨਜ਼ਮ ਵੱਡੀ ਆਓ ਫਿਰ ਉੱਤੇ, ਉੱਤੇ ਤੱਕ ਵੱਡੀ ਹੈ, नजम होती है ਉੱਤੇ ਤੱਕ ਨਜ਼ਮ ਵੱਡੀ ਹੈ। नाज़िम ख़त्म होगी
مگر جڑا نظم کا سجسٹو ہونا لازمی ہے کہ نہیں؟ بہت لازم ہے، لازمی ہے. بہت لازم ہے، اس کوئی ڈاؤٹ نہیں. نہیں یو آر رائٹ کہ نظم ان سے ختم ہو گئی ہے، ختم ہو گئی ہے. یو آر ویری مچ رائٹ. مگر ਇਹਦੇ ਵਿੱਚ ਜਿਹੜੇ 4 ਲਫ਼ਜ਼ ਅਖੀਰੀ ਹੈ ਨਾ ਉਹ ਆਦਮੀ ਦੇ ਆਤਮਾ ਨੂੰ ਝਿਜੋੜਦੇ ਆ ਬੇ ਭਾਈ ਮੈਨੂੰ ਦੇਖੋ ਮੇਰੇ ਕੰਨੀ ਦੇਖੋ. نہیں سر جو میں سمجھتا ہاں. ہوں جو میں بھی لٹریچر کا وجہ ہاں بالکل 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 یہ نے نظم پڑھنی ہے نا ہاں انہوں نظم نے بہت ہی جوڑ دیتا ہے. بالکل ٹھیک ہے. انہیں نظم نے اسے تک جوڑ دیتا ਉਹਨੇ ਜ਼ਿਲਤ ਪਹਿਲੇ ਤੇ- ਦੋ ਪੈਰਿਆਂ 'ਚ ਹੀ ਹਾਂ. ਖਤਮ ਤੇ ਜ਼ਿਲਤ ਤੇ ਆ ਕੇ ਹਾਂ. ਖਤਮ ਹੋ ਗਿਆ. ਉਹਦੇ ਤੱਕ ਤਾਂ ਬੰਦਾ ਖਤਮ ਹੋ ਸਭ ਦੀ ਜਾਂਦਾ. ਜ਼ਿਲਤ ਬਿਲਕੁਲ. ਹੋਤੀ ਹੈ. ਹਾਂ. That's it. ਬਿਲਕੁਲ. ਇੱਥੇ ਖਤਮ ਹੋ ਗਿਆ. suggestive in the moral of the story. Yeah. It's not necessary. That's true. That's true. ਇਸ ਦਾ ਬਸ ਹੁਣ ਚਲੋ ਮਤਲਬ ਇਨ ਫਿਊਚਰ ਆਪਾਂ ਇਹ ਧਿਆਨ ਚਲੋ ਰੱਖ ਸਕਦੇ ਇਹ ਹਾਂ ਧਿਆਨ ਸਾਰੇ ਰੱਖਾਂਗੇ ਜਾਣੇ ਜੀ, ਧਿਆਨ ਰੱਖਾਂਗੇ. ਅੱਛਾ ਲੱਗਿਆ ਪਰ ਉਹ ਜਿਹੜੀ ਰਿਦਮ ਹੈ ਇਹ अच्छा लगे ਸਭ ਕੀ ਜ਼ਿਲਤ ਹੋਤੀ ਹੈ. ਆਏ ਹਾਏ ਇਹ ਜਿਹੜੀ ਕਿਤਾਬ ਹੈ ਨਾ ਜੀ ਇਹ ਸਿਰਫ ਜਿਹੜੀਆਂ ਹੈ ਜਿੰਨੀਆਂ ਵੀ ਨਜ਼ਮਾਂ ਇਹ ਸਾਰੀਆਂ ਹੀ ਇਹ 'ਚ ਕੋਈ ਪੋਲਿਟਿਕਸ ਨਹੀਂ ਹੈ. ਇਹਦੇ ਵਿੱਚ ਜੋ ਸੁਸਾਇਟੀ ਦੇ ਹਾਲਾਤ ਹੈ ਉਹ ਮੈਂ ਇੱਕ ਹੀ ਨਜ਼ਮ 'ਚ ਉਹ ਪਰੋਏ ਹੋਏ ਹੈ. ਕੋਈ ਚੱਕ ਲੋ ਇਹ 'ਚੋਂ ਆ ਮੈਂ ਇੱਕ ਪੇਜ ਖੋਲ੍ਹਿਆ ਹੈਗਾ ਇਹੀ ਤਾਂ ਪੋਲਿਟਿਕਸ ਹੈ ਮੈਂ ਵੀ ਇਹੀ ਬੋਲਣ ਲੱਗਾ. ਇਹਨੂੰ ਧਿਆਨ ਨਾਲ ਸੁਣਿਓ. ਕਿਉਂਕਿ ਆਪੋਲੀਟੀਕਲ ਹੋਣਾ ਬਹੁਤ ਪੋਲੀਟੀਕਲ ਹੋਣਾ. ਇਹ ਦੇਖੋ ਇਹਦਾ ਹੈਡਿੰਗ ਕਿਆ ਰੱਖਿਆ ਮੈਨੇ, ਜੀ ਹੈ ਹੀ ਹੁੰਦਾ ਹੈ. ਇਹਦਾ ਹੈਡਿੰਗ ਕਿਆ We ਰੱਖਿਆ are not political. ਨਸ਼ੇੜੀ ਬੱਚੇ ਕੀ ਮਾਂ ਕੀ ਚੀਤਕਾਰ. ਹਾਂ ਇਹ ਜਿਸ ਦਿਨ ਮੈਂ ਇਹ ਸ਼ੁਰੂ ਕੀਤਾ ਸੀ ਨਾ ਬਣਾਉਣੇ ਜੀ ਇਹ ਉਦੋਂ ਜੋ ਫੀਲਿੰਗ ਆਈ ਸੀ ਉਦੋਂ ਉਸ ਟਾਈਮ ਲਿਖੀ ਸੀ ਇਹਨਾਂ ਨੇ. ਇਹ ਵੀ 1.5-2 ਸਾਲ ਹੋ ਗਏ ਇਹਨੂੰ ਲਿਖਣ ਨੂੰ ਵੀ ਜ਼ਿਆਦਾ ਹੋ ਗਏ 3 ਸਾਲ ਹੋ ਗਏ. ਇਹ ਮਾਂ ਬੋਲ ਰਹੀ ਹੈ अपनी हालत जड़ी है बच्चे जब नशेड़ी हो गया. मिन्नतों से तुझे तो पाला है तुमने आफत में आज डाला है. ਹਾਂ मिन्नतों से तुझे तो पाला है तुमने आफत में आज डाला है. अब तो जाके जवां हुए थे तुम सारे घर की ही शां हुए थे तुम. बरसों के तुम बीमार लगते हो हालते तुम तो जार रखते हो. जिस्म बर्बाद क्यों ये करते हो सबकी मिट्टी खराब करते हो. बाप दरगाह पे जाके बैठा है माथा वो बुत कदों पे रखता है. बच्चे कैसे बिलख रहे देखो रोटी को भी तरस रहे देखो. बीवी बेवा की तरह बैठी है ना ही हंसती है ना ही रोती है. जर्द चेहरा लिए यूं फिरते हो सोते हो खाते हो न पीते हो. कैसा ये हाल कर लिया बच्चे रात को उठ के यूं ही रोते हो. शिकवा माँ बाप से तो करते हो उनका खुद पर ना हक समझते हो. दूर पहुंची तुम्हारी रुसवाई सभी कहते हैं तुमको सौदाई. जब कोई अब कोई मुझको ना दलील करो और दुनिया में ना जलील करो. हाथ मेरे जनाजे को ना लगे हाथ मेरे आप कहने ना माँ कहती है मेरे ਉਹਨੂੰ ਹੱਥ ਨਾ ਲਾਈ ਮੇਰੀ ਮਰੀ ਨੂੰ ਹੱਥ ਨਾ ਲਾਈ. हाथ मेरे जनाजे को ना लगे देखो फिर अश्क भी ना बहें. किसको बतलाऊं अब कहाँ जाऊं किसके दर पे मैं जाके चिल्लाऊं. अक्ल से दूर हो गए हो तुम सच से भी दूर हो गए हो तुम. अश्क आंखों से क्यों बहाते हो अपनी इज्जत क्यों लुटाते हो. मुंह से नाले न यूं निकालो तुम खुद को रुसवाई से बचा लो तुम. पढ़ के खुद ही नशे में रोते हो यूं ही घुट घुट के जान खोते हो. अपने घर को कबाड़ कर डाला खुद को भी तो कबाब कर डाला. जिंदगी का तो एतबार करो खूब इसकी तो देखभाल करो. बहुत अच्छा. दिल में वहशत ये क्यों समाई है मुर्दनी रुख पे क्यों छाई है. ये तो दीमक है चाट जाएगा तुमको तो ख्याल भी ना आएगा. दस्त पा क्यों ये कांपे जाते हैं दस्त पा क्यों ये कांपे जाते हैं. होश आते हैं और जाते हैं दिल ही दिल में जो दुख उठाते हो ये नशा क्या है जहर खाते हो. बेहया बन के ना जियो अब तुम खून अपना ही ना पियो अब तुम. अब भी गफलत जो तूने की बच्चे फिर तो होना तबाह है बच्चे. अब ये गफलत नहीं कबूल हमें अब ये गफलत नहीं कबूल हमें अब तबाही नहीं कबूल हमें. मैं बना देगी तुमको आवारा ए खुदा अब करूं मैं क्या चाह रहा.
तेरा हर वक्त सजदा करती हूँ, चाहे जीती हूँ चाहे मरती हूँ। आँख में अब नमी नहीं आती, शर्म दुनिया से भी नहीं आती। रहबरो कुछ तो कर्म फरमाओ, इस नशे को यहाँ से ले जाओ। आ चलें अब तबीब के दर पर, आ चलें अब तबीब के दर पर, संभलेंगे अब तो यूं ही गिर गिर कर। छाने दूंगी न मुर्दनी तुम पे, अब बचाऊंगी खुद ही मर मर के, अब बचाऊंगी खुद ही मर मर के। ਵਾਹ 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 ਵਾਹ। ਕਿਆ ये ਇਹ ਸਿਰਜਣਾ ਹੈ ਹੀ ਇਹ ਆ ਯੈਸ ਉਹ ਜਿਹਦੇ ਅੰਦਰ ਕਿੰਨੀ ਕੁ ਬਾਬਾ ਜੀ ਨੇ ਇੰਟੈਂਸਿਟੀ ਪਾ ਦਿੱਤੀ ਹੈ, ਸ਼ਿੱਦਤ ਪਾ ਦਿੱਤੀ ਆ, ਉਹ ਅੰਦਰ ਰੀਝ ਪਿਆਜ ਨਾ ਉਹ ਤਾਂ ਜਦੋਂ 60 ਰੁਪਏ 40 ਮੋੜੇ ਆ ਇਹਨਾਂ ਦੇ ਮਨ ਚ ਜੋ ਆ ਗਿਆ ਉਹ ਸਿਰਜਿਆ ਗਿਆ, ਉਹ ਤਾਂ ਸਿਰਜਿਆ ਗਿਆ। ਪੜਨਾ ਹੈ ਉਹ ਛੇੜ ਬਾਕੀ ਦਾ ਸ਼ਬਦ ਚੜਨੇ ਆ। ਬਾਕੀ ਦਾ ਸ਼ਬਦ ਲਮਹਾ ਜਿਹੜਾ ਵਾ ਉਹ ਬਸ ਉਹ ਤਾਂ 40 ਨੇ ਮੱਚ ਗਈ ਹੈ, ਉਹ ਬਸ 40 ਨਾ ਮੋੜਦੀ ਤੇ ਫਿਰ ਤਾਂ ਕੰਮ ਹੋ ਗਿਆ ਜੀ। ਬੇਟਾ ਦਿਮਾਗ ਜਾਣੀ ਨਹੀਂ ਸੀ ਗੱਲ। ਇਹਨਾਂ ਦਾ ਸੁਭਾਅ ਹੀ ਆ, ਇਹ ਤਾਂ ਕੰਮ ਤਾਂ ਇਹਨਾਂ ਦਾ ਸੁਭਾਅ ਹੈ। नॉर्मल से बोले ਇਸ ਕੰਟੈਕਸਟ ਇਹਨਾਂ ਨੂੰ ਤਾਂ ਸਾਰੇ ਹੀ ਨਾਦਰ ਕਰਦੇ ਫਿਰਦੇ ਸੁਭਾਅ ਹੈ। it is the Wow. duty of every writer or poet to touch the social evils of society in his Zimmewari hai. quality of writing, Zimmewari so that it impacts the emancipation of mankind towards betterment of humanity. ਇਹ ਜ਼ਿੰਮੇਵਾਰੀ ਹੈ ਇਨਸਾਨ ਦੀ, ਹਰ ਇੱਕ ਰਾਈਟਰ ਦਾ ਇਹ ਜ਼ਿੰਮੇਵਾਰੀ ਹੈ, ਮੋਰਲ ਡਿਊਟੀ ਹੈ। ਪੈਦਾ ਹੁੰਦੀ ਹੈ ਅੰਦਰ ਅੰਦਰ ਤੋਂ ਹੁੰਦੀ, ਤੁਹਾਡੇ ਅੰਦਰ ਹੁੰਦੀ ਹੈ। ਇਹਦਾ ਕੋਈ ਕਾਰਨ ਹੁੰਦਾ ਲਾਈਫ ਵਿੱਚ ਤੁਹਾਡੇ ਕੋਈ ਜਿਹੜੀਆਂ ਹੈਪਨਿੰਗਸ ਹੁੰਦੀਆਂ ਨੇ, ਹਰ ਚੀਜ਼ ਹੁੰਦੀਆਂ, ਕਿਸੇ ਨੂੰ ਕੋਈ ਟੌਰਚਰ ਦੇਖਿਆ, ਕਿਸੇ ਨੇ ਕੋਈ ਪਲੇਜ਼ਰ ਦੇਖਿਆ, ਕਿਸੇ ਨੇ ਕੋਈ ਨੈਚੁਰਲੀ happening, ਜਿਸ ਤਰ੍ਹਾਂ ਇਸ ਇਹਨਾਂ ਕਿਤਾਬ ਦੀ ਹਰ ਇੱਕ ਨਜ਼ਮ ਜਿਹੜੀ ਹੈ ਜੀ ਕੁਝ ਨਾ ਕੁਝ ਬੋਲਦੀ those ਹੈ, things ਹੈ, touch yes, your yes. heart and ਕੁਝ ਨਾ ਕੁਝ ਬੋਲਦੀ ਹੈ। बहुत अच्छा ਬਹੁਤ ਅੱਛਾ ਵਾਹ ਵਾਹ ਬਹੁਤ ਮਿਹਰਬਾਨੀ ਕਿਆ ਜੀ। ਪਿਆਰੀਆਂ ਗੱਲਾਂ ਕੀਤੀਆਂ। ਇੱਕ ਬਹੁਤ ਮਿਹਰਬਾਨੀ। ਵੱਖਰੀ ਸ਼ਖਸੀਅਤ, ਇੱਕ ਵੱਖਰਾ ਹਿਰਦਾ ਸਾਡੇ ਸਾਹਮਣੇ ਨਜ਼ਮਾਂ ਦੇ ਗਜ਼ਲ ਦੇ ਰੂਪ ਦੇ ਵਿੱਚ ਆਇਆ। ਥੈਂਕ ਯੂ ਸੁਭਾਅ ਵੈਰੀ ਦੇ ਮਚ ਰੂਪ ਸਰ। ਵਿੱਚ। ਹਾਂਜੀ ਸੁਭਾਅ ਸੁਭਾਅ ਦੇ ਦੇ ਰੂਪ ਵਿੱਚ ਵੀ, ਮੁਹੱਬਤ ਦੇ ਰੂਪ ਵਿੱਚ ਵੀ, ਸੇਵਾ ਦੇ ਰੂਪ ਵਿੱਚ ਵੀ। ਅਸੀਂ ਵੀ ਨਾਦਰੀ ਕਰਦੇ ਫਿਰਾਂਗੇ।